शुरू करते हाँ उस दो जहान दे पालनहार का नाम लैके जो सब ते बहुत ही रहमतां और बख्शिशां करने वाला है। ऐसी अज दे सत्संग की शुरुआत संत दादू दयाल दे एक छोटे जे शब्द तो करांगे। सो संत दादू दयाल अपने शब्द के अंदर एक बड़ी प्यारी और बड़ी गहरी एक रमज दसदे हैं। रमज यानी एक राज दसदे हैं और जरा इस राज नूं समझना, क्योंकि अगर असी अपने जीवन नूं कख तो लख तक लैके जाना है। एक उदाहरण दे रहे हैं। कख का मतलब होंदा जिन्हों कोई पुछदा नहीं है, जो गलियां च रुलदा फिरदा है। लख कहंदे जिन्हों हर कोई संभालदा है, जिन्हों हर कोई प्यार दिंदा है, हर कोई सत्कार दिंदा है, हर कोई इज्जत दिंदा है। जिस तरह इहनूं इदां भी समझ लो कि जे असी मंगतियां तो बादशाह बनना है, भिखारी तो राजे बनना है, तो फिर सानू संत दादू दयाल दे शब्द नूं समझना भी पैना है और इसनूं समझ के अपने जीवन ते लागू भी करना पैना है। क्योंकि जदों असीं संतां गुरुआं रहबरां दे वचनां नूं समझ के उन्हां वचनां दे मुताबिक अपना जीवन चलाउण दी कोशिश करते हैं, तो फिर साडे जीवन च ਉਹ ਮੰਜ਼ਿਲ ਉਹ ਮੁਕਾਮ ਵੀ ਸਾਨੂੰ ਮਿਲ ਜਾਂਦਾ ਜਿੱਥੇ ਉਹ ਸਾਨੂੰ ਲੈ ਕੇ ਜਾਣਾ ਚਾਹੁੰਦੇ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇੱਕ ਇਨਸਾਨ ਉਹ ਹੁੰਦਾ ਹੈ ਜਿਹੜਾ ਜਿੱਥੇ ਹੈ ਨਾ ਉਹ ਕਹਿੰਦਾ ਮੈਂ ਇੱਥੇ ਹੀ ਖੁਸ਼ ਹਾਂ। ਹੁਣ ਜਿਹੜਾ ਜਿੱਥੇ ਹੈ ਜੇ ਉੱਥੇ ਹੀ ਖੁਸ਼ ਹੈ ਤਾਂ ਫਿਰ ਉਹ ਅੱਗੇ ਵਧਣ ਦੀ ਕਦੀ ਕੋਸ਼ਿਸ਼ ਕਰੇਗਾ ਹੀ ਨਹੀਂ। ਤਾਂ ਜੇ ਇਨਸਾਨ ਸੋਚੇ ਕਿ ਮੈਂ ਜਿੱਥੇ ਹਾਂ ਠੀਕ ਹੈ ਪਰ ਮੈਂ ਅੱਗੇ ਵੀ ਵਧਣਾ ਹੈ, ਮੈਂ ਅੱਗੇ ਵੀ ਜਾਣਾ ਹੈ, ਕਿਉਂਕਿ ਜੀਵਨ ਦੇ ਵਿੱਚ ਅਗਰ ਇਹ ਕੁਦਰਤ ਨੂੰ ਦੇਖਿਆ ਜਾਵੇ ਤਾਂ ਕੁਦਰਤ ਹਮੇਸ਼ਾ ਹਰ ਚੀਜ਼ ਨੂੰ ਅੱਗੇ ਲੈ ਕੇ ਚੱਲਦੀ ਹੈ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਪਰਮਾਤਮਾ ਨੂੰ ਬ੍ਰਹਮ ਸ਼ਬਦ ਨਾਲ ਵੀ ਯਾਦ ਕੀਤਾ ਜਾਂਦਾ ਹੈ ਕਿ ਪਰਮਾਤਮਾ ਨੂੰ ਬ੍ਰਹਮ ਵੀ ਕਿਹਾ ਜਾਂਦਾ ਹੈ। ਤਾਂ ਬ੍ਰਹਮ ਦਾ ਮਤਲਬ ਕੀ ਹੈ? ਬ੍ਰਹਮ ਦਾ ਮਤਲਬ ਇਹ ਨਹੀਂ ਕਿ ਬ੍ਰਹਮਾ ਵਿਸ਼ਨੂੰ ਮਹੇਸ਼, ਸਮਝਦੇ ਹੋ ਕਿ ਨਹੀਂ? ਉਹ ਤਾਂ ਦੇਵਤਿਆਂ ਦੇ ਨਾਮ ਹੈ। ਪਰ ਅਗਰ ਬ੍ਰਹਮ ਲਫ਼ਜ਼ ਦਾ ਅਸੀਂ ਅਰਥ ਕੱਢੀਏ, ਬ੍ਰਹਮ ਦਾ ਮਤਲਬ ਕੀ ਬਣਦਾ ਹੈ ਜਰਾ ਸਮਝਣਾ। ਜਿੱਦਾਂ ਕੋਈ ਤੁਹਾਨੂੰ ਪੁੱਛੇ ਐਪਲ ਦਾ ਮਤਲਬ ਕੀ ਬਣਦਾ, ਤੁਸੀਂ ਕਹਿਣਾ ਜੀ ਸੇਬ। ਔਰ ਸੇਬ ਦਾ ਮਤਲਬ ਕੀ ਹੈ? ਤੁਸੀਂ ਕਹਿਣਾ ਜੀ ਇੱਕ ਫਰੂਟ ਹੈ, ਇੱਕ ਫਲ ਹੈ ਜਿਹਨੂੰ ਆਪਾਂ ਖਾਂਦੇ ਹਾਂ। ਇੱਦਾਂ ਹੀ ਹੋਣਾ ਨਾ ਮਤਲਬ। ਫਿਰ ਇੱਕ ਬੰਦਾ ਕਿਸੇ ਹੋਰ ਚੀਜ਼ ਬਾਰੇ ਪੁੱਛੇ ਕਿ ਲੈ ਵੀ ਮੈਂਗੋ ਬਾਰੇ ਦੱਸੋ, ਫਿਰ ਕਹਿਣਾ ਜੀ ਉਹ ਵੀ ਇੱਕ ਫਰੂਟ ਹੈ, ਇੱਕ ਫਲ ਹੈ ਜਿਹਨੂੰ ਅਸੀਂ ਖਾਂਦੇ ਹਾਂ, ਜੋ ਸਾਨੂੰ ਸ਼ਕਤੀ ਦਿੰਦਾ ਹੈ। ਇੱਦਾਂ ਜਿਹੜੀ ਚੀਜ਼ ਬਾਰੇ ਅਸੀਂ ਕੋਈ ਨਾਮ ਲਈਏ ਨਾ ਤਾਂ ਬੰਦਾ ਉਹ ਚੀਜ਼ ਨੂੰ ਸਮਝਦਾ ਹੈ ਕਿ ਇਹਦਾ ਮਤਲਬ ਕੀ ਹੈ। ਹੁਣ ਜਦੋਂ ਬ੍ਰਹਮ ਸ਼ਬਦ ਆਉਂਦਾ ਹੈ ਤਾਂ ਪਰਮਾਤਮਾ ਨੂੰ ਬ੍ਰਹਮ ਕਿਹਾ ਗਿਆ ਹੈ, ਤਾਂ ਬ੍ਰਹਮ ਦਾ ਮਤਲਬ ਕੀ ਹੈ? ਕਦੀ ਵਿਚਾਰ ਕਰਨਾ ਕਿ ਬ੍ਰਹਮ ਦਾ ਮਤਲਬ ਹੈ, ਅਗਰ ਬ੍ਰਹਮ ਦਾ ਅਰਥ ਕੱਢਿਆ ਜਾਵੇ ਤਾਂ ਬ੍ਰਹਮ ਸ਼ਬਦ ਦਾ ਅਰਥ ਹੈ ਜੋ ਚੀਜ਼ ਹਰ ਵੇਲੇ ਫੈਲ ਰਹੀ ਹੈ, ਜੋ ਫੈਲ ਰਿਹਾ ਹੈ, ਜੋ ਵੱਧ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਜੋ ਕਿ ਜੋ ਹੁਣ ਹੈ ਉਹ ਆਉਣ ਵਾਲੇ ਅਗਲੇ ਪਲ 'ਚ ਨਹੀਂ ਹੋਣਾ, ਉਹਨਾਂ ਅੱਗੇ ਤੋਂ ਅੱਗੇ ਫੈਲਣਾ ਹੈ। ਇਸ ਲਈ ਅਗਰ ਤੁਸੀਂ ਵਿਗਿਆਨ ਦੀ ਇੱਕ ਸ਼ੋਧ ਪੜ੍ਹੀ ਹੋਵੇ, ਵਿਗਿਆਨ ਯਾਨੀ ਵਿਗਿਆਨਿਕ, ਅੱਜ ਨਾਸਾ ਵਾਲੇ ਸਾਇੰਟਿਸਟ ਕੀ ਕਹਿੰਦੇ, ਅਮਰੀਕਾ 'ਚ ਇੱਕ ਬਹੁਤ ਬੜੀ ਯੂਨੀਵਰਸਿਟੀ ਹੈ ਜਿੱਥੇ ਸਾਰੇ ਸਾਇੰਸ ਦੇ ਪ੍ਰਯੋਗ ਕੀਤੇ ਜਾਂਦੇ ਹੈ, ਇੱਕ ਲੈਬੋਰਟਰੀ ਹੈ। ਸੋ ਨਾਸਾ ਵਾਲੇ ਕੀ ਕਹਿੰਦੇ ਕਿ ਜਿਹੜਾ ਬ੍ਰਹਿਮੰਡ ਹੈ ਨਾ, ਇਹ ਜੋ ਯੂਨੀਵਰਸ ਹੈ ਇਹ ਵੀ ਹਰ ਪਲ ਫੈਲ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਔਰ ਜੇ ਤੁਸੀਂ ਵੀ ਆਪਣੇ ਆਪ ਨੂੰ ਦੇਖੋ ਜਾਂ ਇੱਕ ਬੱਚੇ ਨੂੰ ਦੇਖੋ ਤਾਂ ਤੁਹਾਨੂੰ ਕੀ ਲੱਗਦਾ ਹੈ? ਬੱਚਾ ਵੀ ਹਰ ਦਿਨ ਵੱਧ ਰਿਹਾ ਹੈ। ਜੇ ਤੁਸੀਂ ਕਹੋ ਜੀ ਕਿ ਮੈਂ ਤਾਂ ਕੱਲ ਵੀ 5.5 ਫੁੱਟ ਦਾ ਸੀ, ਅੱਜ ਵੀ 5.5 ਫੁੱਟ ਦਾ ਹੈ, ਜਾਂ ਕੱਲ ਵੀ 6 ਫੁੱਟ ਦਾ ਸੀ, ਅੱਜ ਵੀ 6 ਫੁੱਟ ਦਾ ਹੈ, ਤਾਂ ਬੇਸ਼ੱਕ ਤੁਹਾਡੀ ਹਾਈਟ ਨਹੀਂ ਵੱਧ ਰਹੀ, ਕਿਉਂਕਿ ਹਾਈਟ ਕਿਤੇ ਨਾ ਕਿਤੇ ਆ ਕੇ ਰੁਕ ਜਾਂਦੀ ਹੈ। ਕਿਉਂਕਿ ਜੇ ਹਾਈਟ ਵੀ ਵਧੀ ਜਾਵੇ ਤਾਂ ਜ਼ਰਾ ਸੋਚੋ ਜੇ ਕੋਈ 100 ਸਾਲ ਜੀਵੇ ਤਾਂ ਬੰਦਾ ਕਿੱਥੇ ਪਹੁੰਚ ਜਾਏਗਾ। ਸਮਝਦੇ ਹੋ? ਫਿਰ ਤਾਂ ਉਹਦੇ ਵਾਸਤੇ ਕਮਰੇ 'ਚ ਰਹਿਣਾ ਹੀ ਔਖਾ ਹੋ ਜਾਣਾ। ਕਹਿਣਾ ਹੁਣ ਭਾਈ ਕਿਹੜਾ ਹਰ ਸਾਲ ਮਕਾਨਾਂ ਨੂੰ ਵੱਡੇ ਕਰੀ ਜਾਵੇ। ਤਾਂ ਹੀ ਤਾਂ ਬੰਦਾ ਛੱਤ ਕਿੰਨੀ ਰੱਖਦਾ ਹੈ, ਕਹਿੰਦਾ ਜੀ 11 ਫੁੱਟ ਦੀ ਜਾਂ 12 ਫੁੱਟ ਦੀ ਉਚਾਈ ਤੇ ਛੱਤ ਰੱਖ ਦਿਓ, ਕਿਉਂਕਿ ਪਤਾ ਹੈ ਕਿ ਬੰਦੇ ਦੀ ਲਿਮਿਟ ਕੀ ਹੈ, 6.5 ਵੱਧ ਤੋਂ ਵੱਧ 6 6.5 ਫੁੱਟ ਹੀ ਵਧਣਾ ਹੈ। ਉਹ ਤੋਂ ਥੱਲੇ ਦਾ ਕੋਈ 5 ਫੁੱਟ ਦਾ ਹੈ, ਕੋਈ 5.5 ਫੁੱਟ ਦਾ ਹੈ। ਪਰ ਜੇ ਬੰਦਾ ਵੀ ਹਰ ਸਾਲ ਵਧੇ ਤਾਂ ਫਿਰ ਉਹਨਾਂ ਕਹਿਣਾ ਭਾਈ ਇਸ ਸਾਲ ਮਕਾਨ ਹੋਰ ਹੈ ਤਾਂ ਅਗਲੀ ਵਾਰ ਨੂੰ ਛੱਤ ਚਖਾਣੀ ਪੈਣੀ ਹੈ, ਤਾਂ ਫਿਰ ਤਾਂ ਬੰਦੇ ਵਾਸਤੇ ਬੜਾ ਔਖਾ ਹੋ ਜਾਏਗਾ। ਇਸ ਲਈ ਕੁਦਰਤ ਨੇ ਸੌਖਾ ਕੀਤਾ ਕਿ ਬੰਦੇ ਦੀ ਹਾਈਟ ਨੂੰ ਰੋਕ ਦਿੱਤਾ। ਪਰ ਯਾਦ ਰੱਖੋ ਅੰਦਰ ਕੁਛ ਨਾ ਕੁਛ ਬਦਲਾਅ ਬੰਦੇ ਦੇ ਚੱਲ ਰਿਹਾ ਹੈ। ਨਾਖੂਨ ਵੱਧ ਰਹੇ ਹੈ, ਬਾਲ ਵੱਧ ਰਹੇ ਹੈ। ਕੱਟਦੇ ਹੋ ਕਿ ਨਹੀਂ ਤੁਸੀਂ? 10 ਦਿਨਾਂ ਬਾਅਦ 15 ਦਿਨਾਂ ਬਾਅਦ ਕੱਟੋ। ਉਹ ਕੌਣ ਵਧਾ ਰਿਹਾ? ਉਹ ਬ੍ਰਹਮ ਹੈ, ਉਹ ਪਰਮਾਤਮਾ ਜੋ ਤੁਹਾਡੇ ਅੰਦਰ ਬੈਠਾ ਵੀ ਫੈਲ ਰਿਹਾ ਹੈ। ਤੁਸੀਂ ਪੇੜਾਂ ਤੋਂ ਸਾਰੇ ਪੱਤੇ ਝਾੜਦੇ ਹੋ ਪਰ ਪੇੜਾਂ ਨੂੰ ਨਵੇਂ ਪੱਤੇ ਲੱਗਦੇ ਆ, ਨਵੀਆਂ ਟਹਿਣੀਆਂ ਫੈਲਦੀਆਂ ਹੈ। ਤੁਸੀਂ ਇੱਥੋਂ ਟਹਿਣੀ ਕੱਟਦੇ ਹੋ ਨਾ, ਪੁੰਗਰਨਾ ਹੈ ਟਹਿਣੀ ਨੇ ਔਰ ਅੱਗੇ ਫਿਰ ਵਧਣਾ ਸ਼ੁਰੂ ਕਰ ਦੇਣਾ ਹੈ, ਕਿਉਂਕਿ ਉਹਦੇ ਅੰਦਰ ਵੀ ਬ੍ਰਹਮ ਹੈ। ਬ੍ਰਹਮ ਯਾਨੀ ਪਰਮਾਤਮਾ, ਉਹ ਹਰ ਜਗ੍ਹਾ ਹੈ ਔਰ ਜਿੱਥੇ ਵੀ ਪਰਮਾਤਮਾ ਹੈ ਉਹਦਾ ਮਤਲਬ ਹੈ ਉਹ ਫੈਲ ਰਿਹਾ ਹੈ, ਵੱਧ ਰਿਹਾ ਹੈ। ਹੁਣ ਸਰੀਰਕ ਤੌਰ ਤੇ ਕਿਤੇ ਨਾ ਕਿਤੇ ਸਾਡੀ ਗਰੋਥ ਆ ਕੇ ਰੁਕ ਜਾਂਦੀ ਹੈ।
पर एक चीज़ है मैंटली तौर पर या अंदर जिहदी ग्रोथ असी जिन्नी चाहिए हो सकती है, क्योंकि एक ज्ञान है, एक समझ है। समझ की कोई लिमिट नहीं है। तुहाडी हाइट की लिमिट हो सकती है, तुहाडे शरीर के आकार की लिमिट हो सकती कि आकार इस तो ज़्यादा नहीं वधना, पर तुहाडे ज्ञान की तुहाडी समझ की कोई लिमिट नहीं है। तुसीं जिन्ना मर्जी सीख सकते हो, जिन्ना मर्जी समझ सकते हो। समझते हो कि नहीं? जो एक टीचर है उन्हें जिन्ना क समझ लिया है, हुण वो चाहे कि मैं टीचर है पर ये नाल मैं कुछ होर कला भी सीखनी है, मैं संगीत सीखना है, वो सीख सकता है। मैं गड्डी चलानी सीखनी है, सीख सकता है। मैं होर कोई चीज़ सीखनी है, इत्थे तक मैं हवाई जहाज उड़ाना सीखना है तो भी सीख सकता है, क्योंकि कॉलेज है, बस फीस पे करनी पैंदी है। समझ हो कि नहीं? सो दसना की चाहते हैं तुहानू कि स्वामी विवेकानंद जी ने बड़ी प्यारी गल कही है। इत्थे जरा याद रखना कि स्वामी विवेकानंद जी ने क्या जीवन की और मृत्यु की है, जरा ध्यान देना। ਉਹਦੇ ਚ स्वामी विवेकानंद जी ने दसिया कि ग्रोथ इज लाइफ, श्रिंकिंग इज डेथ। क्योंकि स्वामी विवेकानंद जी ने कुछ वचन है, जिदा उन्होंने कहा लव इज लाइफ, हेटर्ड इज डेथ। जरा ध्यान देने वाली गल है। उन्होंने ये भी कहा कि करज इज लाइफ और फियर इज डेथ। हुण इदां दी कुछ चीज़ां स्वामी विवेकानंद जी ने दसियां है कि प्यार ही जीवन है तो नफरत घृणा मृत्यु है, साहस जीवन है तो डरना मृत्यु है। करज इज लाइफ, फियर इज डेथ। और उसके नाल स्वामी विवेकानंद जी का यह भी वर्ड है, यह भी वचन बड़ा प्यारा है कि ग्रोथ इज लाइफ, श्रिंकिंग इज डेथ। कि जो ग्रोथ असी करते हैं, जेड़ा ग्रोथ कर रहा है ना, रोज कुछ ना कुछ सीख रहा है, समझ रहा है, अपने आप को अगे बढ़ा रहा है, ਉਹੀ जींदा है। तो ਜਿਹੜਾ रुक गया, ठहर गया, नहीं मैनू सब कुछ आ गया, हुण मैनू सीखण दी की लोड़ है, हुण मैनू अगे ਵਧਣ ਦੀ की लोड़ है, समझ लो ये मुर्दा है, क्योंकि मुर्दा अगे कभी नहीं ਵਧਦਾ। सो एक इशारा है, एक कुदरत चीख चीख के इशारे कर रही है कि ए इंसान तू जिथे है मैं तेनू उत्थे वास्ते नहीं, तेनू इथों अगे लैके जाण वास्ते पैदा किया है। तां ही तो तुसीं देखो अज तरीक कितनी है, जरा गौर करना, अज तरीक कितनी है, कितनी कल नूं कितनी होनी है, परसों नूं कितनी होनी है। हुण बंदा कहे 15 तो अगले महीने भी आनी है 15, पर 15 अगले महीने आनी, पर महीना 11 नहीं होना, 12 होना है। फिर बंदा कहे 12वां महीना तो अगले साल भी आना है, आएगा पर 21 नहीं होना, 22 होना है, 23 होना। साल बदलेंगे, दिन बदलेंगे, महीने बदलेंगे, हफ्ते बदलेंगे, समा कदी ही ओही नहीं रहेगा, क्योंकि अगे बढ़ रहे हैं ऐसे। समझ रहे हो कि नहीं तुसीं? इसलिए अपनी समझ नूं, अपनी सोच नूं सानू बड़ा करना पेगा, अपने ज्ञान नूं, अपनी समझ नूं बड़ा करना पेगा। जिन्ना असीं सीखण नूं तैयार हां, समझण नूं तैयार हां, उन्ने ही असीं जीवन च अगे वध सकदे हां। इसलिए ब्रह्म जो हर वेले फैल रहा है, हुण तुसीं चैक करो कि मैं रोज़ अगे वध रहा या मैं उत्थे खड़ा हां, मैं उत्थे की बैठा हां, जरा समझना सारिਆਂ ने। इसलिए असीं कई बार दसदे हां कि तुहाडे कोल मोबाइल हुंदे तां मोबाइल वो भी अपडेट हुंदा रहिंदा है, नਵੇਂ ਤੋਂ नਵੇਂ फंक्शन ਉਹਦੇ ਵਿੱਚ भी आंदे रहिंदे आ। गड्डी ਦਾ मॉडल भी हर साल तकरीबन साल, 1.5 साल, 2 साल बाद चेंज हो जाता है। पर एक बंदा है, ये दुख का कारण नहीं है कि बंदा अगे ਵਧਣ ਨੂੰ तैयार नहीं है, बंदा बदलਣ ਨੂੰ तैयार नहीं है। बंदा जेड़े भरमां च, जेड़ियां बुरियां सोचां च, जेड़े भुलेखियां च बंदा 100 साल पहला सी, अज भी बहुत ऐसे है जेड़े उन्हां भरमां, उन्हां भुलेखियां च ही फस के बैठे, अगे ਵਧਣ ਨੂੰ तैयार ही नहीं है। और यही इंसान के दुखों का कारण है। जो कहानी तुसीं सुनी होएगी, कहते ने कि छोटा जिहा हाथी, यानी जो बच्चा हुंदा है तो ਉਹਦੇ पैर ਨੂੰ ना एक मजबूत रस्सी ਨਾਲ ਬੰਨਿਆ ਜਾਂਦਾ है, मजबूत रस्सी ਨਾਲ। और वो मजबूत रस्सी ਨਾਲ ਜਦੋਂ हाथी के पैर ਨੂੰ ਬੰਨਿਆ ਜਾਂਦਾ है, बच्चे के पैर ਨੂੰ, तो बच्चा बड़ी कोशिश करता है तुराण की, बड़ी कोशिश करता लत्तां बाਹਾਂ मारन की, पर वो इन्नी मजबूत रस्सी हुंदी है कि वो बेचारा तोड़ नहीं पाता। आखिर कुछ दिन, कुछ हफ्ते लगातार कोशिश कर करके ਉਹਦੇ मन ਵਿੱਚ ਇਹ ਗੱਲ सैट हो जाती है, एक मन ਦੇ ਵਿੱਚ बह जाती है कि बंधन मैं तोड़ नहीं सकता, इस करके वो कोशिश करनी बंद कर दिंदा है। हुण हौली हौली वो हाथी का बच्चा बड़ा होना शुरू हो जाता है, हाथी बड़ा हो जाता है, रस्सी उही रहिंदी है, पर अज भी हाथी आराम नाल खड़ा हुंदा है। हुण हाथी इन्ना बड़ा हो चुका है, वो चाहे एक झटके नाल रस्सी तोड़ देवे, पर फिर भी रस्सी उसदे पैर च रहिंदी है। क्यों? क्योंकि हुण वो कोशिश करता नहीं है। हालांकि रस्सी कमजोर है, हाथी ताकतवर है। एक टाइम सी जदों रस्सी ताकतवर सी, हाथी कमजोर सी,
पर हुण समय दे नाल नाल ओह समां आ गया कि हाथी की ताकत वध गई है, रस्सी कमजोर है, पर अज भी हाथी उन्हां बंदरां 'च वज्जा होया। क्यों? कारण यही है कि किते ना किते उहदे माइंड ने, उहदे मन ने ये बचपन एक्सैप्ट कर लिया सी, कबूल कर लिया सी कि रस्सी तोड़ना मेरे बस की गल नहीं है, ये रस्सी बड़ी मजबूत है। अज हाथी चाहे तो एक झटके ना रस्सी तोड़ सकता है, पर फिर भी वो बंधन च क्यों रहिंदा है? क्योंकि वो कर सकता है, पर हुण मन उहदा सैट हो चुका है कि नहीं भी, बड़ी कोशिश करके देख ली सी, ये रस्सी बड़ी मजबूत है। हुण किते ना किते वो सोच अज भी उहदे अंदर रहिंदी है, इसलिए वो कमजोर जी रस्सी भी उहनूं बन के रखदी है, अगे वधण नहीं दिंदी, उहनूं आज़ादी दा आनंद नहीं लैण दिंदी। इसी तरह जदों इंसान भी बचपन च हुंदा ना, बच्चा हुंदा है, तगड़ा गौर करना, बचपन च बच्चा हुंदा है तो माँ बाप कही उत्थे भूत है, उत्थे ना जाई, आ फलानी चीज़ इदां हो गई ना, आ तैनूं माओ बिल्ली ने खा ला ना, पता नहीं इधर माओ बिल्ली कहंदे की कहंदे है, पंजाब तो इदां ही कहंदे माओ बिल्ली ने खा ला ना तैनूं, एवें बाहर ना जाई करो। वो इदां दी चीज़ां बच्चे के दिमाग में बिठा दिंदे। हुण वो बच्चा जे 25 साल का हो गया, 26 साल का हो गया, 30 साल का हो गया, हुण भी डरे नहीं, माओ बिल्ली ने मैनूं खा लेना, असीं हसदे हो, पागल है, हुण तू बड़ा हो गया, बड़ा कदों होना है, कमाल की गल है, हुण तैनूं बिल्ली का काहदा डर? चल बचपन च डराउण वास्ते ठीक सी, पर हुण तां तू बड़ा हो गया, हुण तां समझदार बन, जरा गौर करना। हुण बड़ा हो के जे बंदा डरे तो फिर असीं उहनूं की कहांगे कि शरीर तो इहदा बड़ा हो गया, पर मन हाले भी बच्चा ही है। अहीं तो शायद गाना ही बनिया, दिल तो बच्चा है जी, सुनिया कि नहीं, कि दिल तो हाले भी बच्चा ही है, क्योंकि हाले भी ये दिल वो समझ नहीं पाता कि मैं की कुछ कर सकता हाँ, मैं किहड़ियां उडारियां उड़ सकता हाँ, मैं कित्थे तक पहुंच सकता। बंदे नूं अपनी ताकत ते अपनी शक्ति ते विश्वास ही नहीं हुंदा, जिदा हाथी नूं विश्वास है नहीं कि रस्सी नूं मैं तोड़ सकदा, वो खड़ा रहिंदा है, कोशिश ही नहीं करता। अज बंदा भी बहुत कुछ जीवन च हासिल कर सकता है, कामयाब हो सकता है, सफल हो सकता है, परमानंद तक पहुंच सकता है, अपने जीवन च सारियां खुशियां हासिल कर सकता है, अपने दुखों दर्दां परेशानियां नूं दूर कर सकता है। पर किते ना किते बंदा अज ये मन के बंदा कि मैं तो बड़ा कमजोर है, अपनी शक्तियां नूं इंसान इस्तेमाल करने नहीं जानता। इसलिए असीं तुहानूं कहांगे कि जिन्हों अपने जीवन का पता लग जाता ना कि मेरे अंदर किहड़ियां परम पिता परमात्मा ने शक्तियां रखियां हुई है, फिर वो दुखों दर्दां चिंतावां परेशानियां की परवाह नहीं करता, क्योंकि उन्हें पता है कि परेशानियां छोटियां तो मेरे अंदर जिहड़ी छुपी हुई शक्ति है बहुत बड़ी है। बोलो समझ दिओ कि नहीं? क्योंकि है सब कुछ अंदर ही, बस उन्होंने थोड़ा बाहर लियाण की युक्ति चाहिए है। सानू एक घटना याद आ रही है, फिर सन 2010 फरवरी महीना सी, पहला हफ्ता जदों असीं अमृतसर तो लंडन जाना सी, फ्लाइट लई असीं अमृतसर एयरपोर्ट तो हीथरो वास्ते लंडन एयरपोर्ट वास्ते जदों फ्लाइट लई तो असीं जदों गए, हाले फ्लाइट 'च बैठ के अमृतसर तो फ्लाइट चढ़नी सी तो उत्थे एक माई सी जिहड़ी कि व्हील चेयर ते, यानी उन्होंने पहली बार इंग्लैंड जाना सी अपने बच्चों को, तो व्हील चेयर कराई हुई सी। व्हील चेयर कुछ सियाणे हुंदे जिन्होंने चेयर के उपर ही बिठाया जाता है, इमीग्रेशन भी उन्होंने कुर्सी पर बिठा के होंगी है, बैग वगैरह भी वो लड़के आप ही जमा कराते, बस उन्होंने होंदा कि चेयर पर लिजा के प्लेन 'च बिठा देना। वो माई पहली बार जा रही सी, तो जदों पहली बार माई जा रही है प्लेन 'च बैठी तो डरी हुई बड़ी सी, बड़ी डरी हुई सी, क्योंकि पहली बार उन्होंने जहाज 'च बैठना सी। कईयां नूं हुंदा गड्डी 'च बैठण तो डर लगता है, या कईयां नूं तुसीं देखदे हो ना कि किसी बंदा थीम पार्क में चला जाए जिथे झूले लगे होंगे हैं, तो कईयां नूं वो झूले 'च बैठण तो इन्ना डर लगता, मैं नहीं किते मैं डिग ना जावां। रोलर कोस्टर होंगे है या कई गोल झूले होंगे है, कईयां नूं इदां दे सियाणिਆਂ डर लगता, बैठण नूं तैयार नहीं होंगे। तो जरा देखो प्लेन 'च भी वो माई नूं डर सी, वो बड़ा घबराई हुई सी। जदों प्लेन दौड़िया रनवे ते तो माई चीकां मारन लग गई, यानी बोलन लग पई बचाओ बचाओ, या वो एयर होस्टेस आ गई ਉਹਦੇ ਕੋਲ, माता जी फिक्र ना करो, थोड़ा हिम्मत रखो, कुछ नहीं होंदा ਤੁਹਾਨੂੰ, इन्ने पैसेंजर बैठे है। कहती नहीं नहीं मैनू डर बहुत लगता है, मैं पहली बार बैठी हाँ प्लेन 'च, पहली बार चली अपने बच्चों को, मैनू बड़ा डर लगता है। तो माई दे नाल दी सीट खाली सी, असीं इधर बैठे सी, यही क्या उन्होंने कहा कि थोड़ी देर असीं बह जाइए इन्हां दे कोल, थोड़ा इन्हों गलबात करिए, इन्हां नाल कोई हिम्मत दईए, हौसला दईए इन्हों, तो थोड़ा जिहा जिहले बंदे दा ध्यान इधर उधर होवे तो फिर हिम्मत मिलती है बंदे नूं। वो कहंदे जी ठीक है। हुण प्लेन जदों चढ़िया माई बड़ी घबराई हुई सी, तई उसले माता जी नूं पुछया, ठीक है माता जी कि दसो, क्योंकि असीं जिद्दां दसीदा है कि जदों सफ़र करना होवे सिंपल कपड़ियां 'च हुंदे आ, किसी नूं पता नहीं हुंदा कि किदां है। जदों असीं बैठे तो असीं माता जी नूं कहा कि माता जी डरदे क्यों? कहंदी मैनूं बड़ा डर लग रहा है।
मैनू बड़ा डर लग रहा प्लेन किते डिग ना पवे, कुछ हो ना जाए, हवा च जाना एडी उच्ची कि मैनू घबराहट हो रही है, मेरा दिल बड़ा डर रहा है। ठीक है माता जी, एक गल दसो, तुसीं रब नूं मनदे हो, परमात्मा नूं मनदे हो? कहंदी मनदी है मैं। ठीक है, जे इहनूं मनदे हो ना तुसीं पहलां ये दसो इहनूं समझदे कित्थे हो, परमात्मा कित्थे है? उन्हें कहा जी परमात्मा तो हर जगह ही है। ऐसी कि अपने अंदर कित्थे मनदे हो तुसीं? कहंदी अपने अंदर मैं अपने दिल च मनदी हां कि परमात्मा साडे दिल च रहिंदा है। ऐसी कि जरा सोचो, ये प्लेन बाहर है, मुसीबतां बाहर है, पर परमात्मा साडे अंदर है, साडे दिल च है। जरा अखां बंद करो और अपने दिल ते हथ रखो और महसूस करो कि ये दिल विच वो परमात्मा है, वो मेरा मालिक है, वो प्रभु मेरे दिल च रहिंदा है। और जिहड़ा साडी रक्षा करन वाला जे वो साडे अंदर है तो बाहरली कोई चीज़ साडा कुछ बिगाड़ ही नहीं सकती, साडा नुकसान हो ही नहीं सकता, क्योंकि सानू बचाने वाला जे साडे घर च साडे अंदर बैठा है तो बाहरली कोई बुरी चीज़ साडे नेड़े नहीं आ सकती। एक है जे तुसीं ये चीज़ नूं मनदे हो, अखां बंद करके महसूस करो, ध्यान दिओ और ये गल कहनी शुरू करो कि मेरे दिल च मेरा मालिक है, भगवान है, परमात्मा है, मैनू कोई डर नहीं है, मेरे अंदर डर नूं कोई जगह नहीं है, क्योंकि मेरे अंदर वो परमात्मा है। अखां बंद करके थोड़ा अंदर नूं ध्यान दिओ अपने, क्योंकि जदों साडा ध्यान अपने मालिक वाल जाता है, परमात्मा वाल जाता है, तो साडा डर अपने आप ही दूर हो जाता है। कारण की है? इहदे बारे कबीर साहब भी कहते हैं कि कबीर मनुआ एक है, चाहे जहां लगाए, चाहे हरि का भजन कर, चाहे विषय कमाए। वो कहते मन तेरा इको ही है, इनू जिधर मर्जी ला ले, चाहे इनू परमात्मा वाल ला ले, चाहे दुनिया वाल ला ले। जे डर वाल लगा है, जे चिंता वाल लगा है, तो साफ पता लगता है कि जे डर रहा है, चिंता कर रहा है, तो इसका ध्यान अपने मालिक वाल है नहीं। क्योंकि जिद्दां ही साडा ध्यान मालिक वाल जाता है, साडा डर, साडी चिंता दूर होनी शुरू हो जाती है। क्यों? क्योंकि पता है कि कोई मुसीबत, कोई चीज वो मेरे परमात्मा का कुछ बिगाड़ नहीं सकती और मेरे अंदर उही तो वसदा है। जरा समझना, जिसले माता नूं ये गल कही असीं तो वाकई उन्होंने अखां बंद कीतियां, फील किया और फिर हौली हौली माता शांत हो गई। जिले शांत हुई तो फिर माता के चेहरे ते समाइल आई, मुस्कुराहट आई, कहती मैं भी डरी जाती हूँ, वाकई वो परमात्मा, वो मेरा भगवान, मेरा प्रभु तो मेरे अंदर वसदा है। ठीक है, अज तो जब भी मुसीबत कोई बाहर होवे ना, ये गल याद रखना कि मुसीबत बाहर है, पर मेरा मालिक, मेरा परमात्मा, मेरा भगवान, मैनू बचाने वाला मेरे अंदर बैठा है। और बाहर की है ये मायने नहीं रखांदा, साडे अंदर की है मायने ये रखांदा है। समझ आ रही कि नहीं? हुण बाहर बारिश है, बाहर बारिश है, बाहर तूफान है, उन्ना मायने नहीं रखांदा। जे तुसीं घर दे अंदर बैठे हो ना, जे घर दे अंदर पानी आ जाए, घर दे अंदर बारिश आ जाए, वो मायने रखांदी है। पर जे घर अंदरों सेफ है तो बाहर की हो रहा है, तूफान चल रहा, मीह चल रहा, नेरी चल रही है, उसका कोई इंसान के जीवन से फर्क नहीं पैंदा। क्यों? क्योंकि बंदे नूं पता है कि रहना तो मैं अंदर है, ये बाहर तो हालात मौसम बदलते रहते हैं, पर मेरे घर का ਜਿਹੜੇ ਅੰਦਰਲੇ ਹਾਲਾਤ ਉਹ ਸੇਫ ਹੋਣੇ ਚਾਹੀਦੇ ਆ। ਔਰ ਸੇਫਟੀ ਤਾਂ ਉਦੋਂ ਹੀ ਸਾਡੀ ਹੋ ਜਾਂਦੀ ਹੈ ਜਦੋਂ ਅਸੀਂ ਇਹ ਯਕੀਨ ਕਰ ਲੈਂਦੇ ਕਿ ਸਾਡਾ ਮਾਲਿਕ ਸਾਡੇ ਕਹਿ ਦਿਓ ਨਾਲ। ਇਸ ਕਰਕੇ ਤੁਹਾਡੇ ਜੀਵਨ 'ਚ ਵੀ ਕੋਈ ਮੁਸੀਬਤ ਆਵੇ, ਕੋਈ ਪਰੇਸ਼ਾਨੀ ਆਵੇ, ਕੋਈ ਤਕਲੀਫ ਆਵੇ ਤਾਂ ਇਹ ਯਾਦ ਰੱਖਿਆ ਕਰੋ ਕਿ ਤਕਲੀਫ ਬਾਹਰ ਹੈ, ਪਰ ਇਹ ਤਕਲੀਫ ਨੂੰ ਦੂਰ ਕਰਨ ਵਾਲੀ ਤਾਕਤ ਮੇਰੇ ਅੰਦਰ ਬੈਠੀ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਬਿਮਾਰੀ ਵੀ ਕਿੱਥੇ ਹੁੰਦੀ ਹੈ? ਬੰਦਾ ਕਹਿੰਦਾ ਬਿਮਾਰੀ ਸਰੀਰ ਨੂੰ ਆਂਦੀ ਹੈ, ਬਾਹਰੋਂ ਆਂਦੀ ਹੈ ਅੰਦਰ। ਹੁਣ ਬਿਮਾਰੀ ਬਾਹਰੋਂ ਅੰਦਰ ਨੂੰ ਜਾਂਦੀ ਹੈ, ਕੀਟਾਣੂ ਬਾਹਰੋਂ ਅੰਦਰ ਨੂੰ ਜਾਂਦੇ ਹੈ, ਤਾਂ ਰੱਬ ਦੀ ਰਹਿਮਤ ਅੰਦਰੋਂ ਬਾਹਰ ਨੂੰ ਆਉਂਦੀ ਹੈ। ਇਸ ਲਈ ਜਿਹੜੀ ਚੀਜ਼ ਤੁਹਾਡੇ ਅੰਦਰ ਹੈ ਨਾ, ਉੱਤੇ ਜਦੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਉਹਨੂੰ ਮਜ਼ਬੂਤ ਕਰ ਲਿਆ ਆਪਣੇ ਵਿਸ਼ਵਾਸ ਨੂੰ, ਤਾਂ ਬਾਅਦ ਦੀ ਚੀਜ਼ ਅੰਦਰ ਕਦੀ ਆ ਹੀ ਨਹੀਂ ਪਾਏਗੀ, ਕਿਉਂਕਿ ਅੰਦਰੋਂ ਸਟਰੋਂਗ ਹੋ ਗਏ, ਤੁਸੀਂ ਅੰਦਰੋਂ ਮਜ਼ਬੂਤ ਹੋ ਗਏ। ਜਰਾ ਗੌਰ ਕਰਨਾ, ਇੱਕ ਗੋਲੀ ਬੰਦੇ ਦੀ ਤਰਫ ਚਲਾਈ ਜਾਂਦੀ ਹੈ ਤਾਂ ਬੰਦੇ ਦੀ ਸਕਿਨ ਇੰਨੀ ਸੌਫਟ ਹੈ ਕਿ ਗੋਲੀ ਚੀਰਦੀ ਹੋਈ ਚਲੀ ਜਾਂਦੀ ਹੈ, ਔਰ ਇੱਕ ਗੋਲੀ ਗੈਂਡੇ ਦੀ ਤਰਫ ਚਲਾਈ ਜਾਂਦੀ ਹੈ, ਰਾਈਨੋ ਦੀ ਤਰਫ, ਪਰ ਉਹਦੀ ਸਕਿਨ ਅੰਦਰੋਂ ਇੰਨੀ ਮਜ਼ਬੂਤ ਹੈ ਕਿ ਗੋਲੀ ਆਂਦੀ ਹੈ ਔਰ ਉਹਦੀ ਸਕਿਨ ਨਾਲ ਟਕਰਾ ਕੇ ਉੱਥੇ ਹੀ ਖਤਮ ਹੋ ਜਾਂਦੀ ਹੈ, ਯਾਨੀ ਗੋਲੀ ਉਹਦੇ ਅੰਦਰ ਭੇਦ ਹੀ ਨਹੀਂ ਪਾਉਂਦੀ ਉਹਨੂੰ। ਹੁਣ ਉਹਦੀ ਸਕਿਨ ਅੰਦਰੋਂ ਸਖਤ ਹੈ, ਉਹ ਅੰਦਰੋਂ ਇੰਨਾ ਮਜ਼ਬੂਤ ਹੈ ਕਿ ਗੋਲੀ ਵੀ ਬੇਅਸਰ ਹੋ ਜਾਂਦੀ ਹੈ। ਠੀਕ ਹੈ, ਅਸੀਂ ਬੰਦੂਕ ਚੋਂ ਨਿਕਲੀ ਗੋਲੀ ਨੂੰ ਤਾਂ ਨਹੀਂ ਰੋਕ ਸਕਦੇ, ਪਰ ਜਿਹੜੀਆਂ ਟੈਨਸ਼ਨਾਂ, ਚਿੰਤਾਵਾਂ, ਪਰੇਸ਼ਾਨੀਆਂ, ਤਕਲੀਫਾਂ ਦੀਆਂ ਬੁਲਟ ਸਾਡੇ ਵੱਲ ਆ ਰਹੀਆਂ ਹੈ, ਅਸੀਂ ਆਪਣੇ ਵਿਸ਼ਵਾਸ ਨੂੰ,
ਆਪਣੇ ਯਕੀਨ ਨੂੰ ਇੰਨਾ ਮਜ਼ਬੂਤ ਕਰ ਸਕਦੇ ਕਿ ਉਹਦਾ ਅਸਰ ਸਾਡੇ ਜੀਵਨ ਤੇ ਨਾ ਹੋਵੇ। ਸਮਝ ਰਹੇ ਹੋ ਕਿ ਨਹੀਂ? ਜੋ ਸਮਝਾ ਰਹੇ ਹੈ ਇਹ ਜਰਾ ਸਮਝਣਾ ਸਾਰਿਆਂ ਨੇ, ਕਿਉਂਕਿ ਕਈ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤਾਂ ਸਾਨੂੰ ਹੁੰਦਾ ਹੈ ਕਿ ਇਹ ਗੱਲ ਜਿਹੜੀ ਹੈ ਨਾ ਇਹ ਅੱਜ ਦੀ ਸਾਇੰਸ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਅੱਜ ਅਸੀਂ ਸਾਇੰਸ ਨੂੰ ਔਰ ਰੂਹਾਨੀਅਤ ਨੂੰ ਇਕੱਠੇ ਕਰਨਾ ਚਾਹੁੰਦੇ ਹਾਂ। ਸਮਝਦੇ ਹੋ ਕਿ ਨਹੀਂ ਤਾਂ ਅਸੀਂ ਵੀ ਆ ਕੇ 2-4 ਪੁਰਾਣੀਆਂ ਕਥਾਵਾਂ ਸੁਣਾ ਕੇ ਸ਼੍ਰੀ ਰਾਮ ਨੇ ਆਹ ਕਰਤਾ, ਸ਼੍ਰੀ ਕ੍ਰਿਸ਼ਨ ਨੇ ਆਹ ਕੀਤਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਦਾਂ ਕੀਤਾ, ਜਾਂ ਮੁਹੰਮਦ ਸਾਹਿਬ ਨੇ ਇਸ ਤਰ੍ਹਾਂ ਕੀਤਾ, ਉਹਨਾਂ ਦੇ ਜੀਵਨੀ ਦੀਆਂ ਗੱਲਾਂ ਸੁਣਾ ਕੇ ਜਾ ਸਕਦੇ। ਪਰ ਅਸੀਂ ਕਹਿੰਦੇ ਹਾਂ ਕਿ ਉਹਦੇ ਨਾਲ ਤੁਹਾਡੇ ਜੀਵਨ 'ਚ ਬਦਲਾਵ ਕੀ ਆਏਗਾ? ਜਦੋਂ ਆਪਣੀ ਅੰਦਰਲੀ ਤਾਕਤ ਨੂੰ ਤੁਸੀਂ ਸਮਝੋਗੇ ਨਾ ਕਿ ਤੁਸੀਂ ਕੀ ਹੋ ਔਰ ਕੀ ਹੋ ਸਕਦੇ ਹੋ ਔਰ ਕਿੱਦਾਂ ਤੁਹਾਡੇ ਜੀਵਨ 'ਚ ਬਦਲਾਵ ਆ ਸਕਦਾ ਹੈ, ਤਾਂ ਫਿਰ ਤੁਹਾਡੀ ਜ਼ਿੰਦਗੀ ਜ਼ਰੂਰ ਬਦਲੇਗੀ। ਇਸ ਲਈ ਆਪਣੀ ਤਾਕਤ ਨੂੰ ਪਹਿਚਾਨਣ ਨਾਲ ਗੱਲ ਬਣਨੀ ਹੈ। ਹੁਣ ਤੁਸੀਂ ਕਹਿ ਦਿਓ, ਸੁਣਾ ਦਿਓ ਕਿਸੇ ਨੂੰ ਕਿ ਭਾਈ ਉਹ ਫਲਾਣੇ ਦੇ ਬੱਚੇ ਨੇ ਡਿਗਰੀ ਕਰਕੇ ਡਾਕਟਰ ਬਣ ਗਿਆ, ਡਿਗਰੀ ਕਰਕੇ ਇੰਜੀਨੀਅਰ ਬਣ ਗਿਆ। ਉਹ ਮਜ਼ਾ ਤਾਂ ਫੇਰ ਹੈ ਕਿ ਅਸੀਂ ਆਪ ਕੁਝ ਬਣੀਏ। ਸਮਝ ਆ ਰਹੀ ਕਿ ਨਹੀਂ? ਮਜ਼ਾ ਤਾਂ ਉਹਦੇ 'ਚ ਕਿ ਅਸੀਂ ਆਪ ਕੁਝ ਕਰੀਏ। ਠੀਕ ਹੈ, ਅਸੀਂ ਅੱਛੇ ਡਾਕਟਰ ਨਹੀਂ ਬਣ ਸਕਦੇ, ਅੱਛੇ ਇੰਜੀਨੀਅਰ ਨਹੀਂ ਬਣ ਸਕਦੇ, ਪਰ ਅਸੀਂ ਅੱਛੇ ਇਨਸਾਨ ਬਣ ਸਕਦੇ ਹਾਂ। ਅਸੀਂ ਜੋ ਵੀ ਹਾਂ, ਜਿੱਥੇ ਵੀ ਹਾਂ, ਉੱਥੋਂ ਅਸੀਂ ਅੱਗੇ ਵੱਧ ਕੇ ਜੀਵਨ 'ਚ ਕਾਮਯਾਬ ਜ਼ਰੂਰ ਹੋ ਸਕਦੇ ਹਾਂ, ਕਿਉਂਕਿ ਹਰ ਇਨਸਾਨ ਕੁਝ ਨਾ ਕੁਝ ਅੱਛਾ ਕਰ ਸਕਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਕੋਈ ਸੋਚੇ ਕਿ ਲੈ ਮੈਂ ਤਾਂ ਘਰ ਦੇ ਵਿੱਚ ਖਾਣਾ ਹੀ ਬਣਾਉਂਦਾ ਹਾਂ, ਜਾਂ ਮੈਂ ਘਰ 'ਚ ਝਾੜੂ ਪੋਚੇ ਲਾਉਂਦਾ, ਮੈਂ ਅੱਗੇ ਕੀ ਵਧਣਾ, ਮੈਂ ਅੱਛਾ ਕੀ ਕਰਨਾ ਹੈ। ਤਾਂ ਇਹ ਗੱਲ ਯਾਦ ਰੱਖੋ, ਝਾੜੂ ਪੋਚੇ ਲਾਣੀ ਆਪਣੀ ਗੱਲ ਹੈ, ਤਾਂ ਅੰਦਰਲੇ ਆਨੰਦ ਨੂੰ, ਅੰਦਰਲੀ ਸ਼ਾਂਤੀ ਨੂੰ, ਅੰਦਰਲੇ ਸਕੂਨ ਨੂੰ ਪਾਣਾ ਆਪਣੀ ਗੱਲ ਹੈ। ਔਰ ਜੀਵਨ 'ਚ ਆਨੰਦ, ਸ਼ਾਂਤੀ, ਸਕੂਨ, ਖੁਸ਼ੀ ਤਾਂ ਸਾਰਿਆਂ ਨੂੰ ਚਾਹੀਦੀ ਹੈ, ਤੰਦਰੁਸਤੀ ਤਾਂ ਸਾਰਿਆਂ ਨੂੰ ਚਾਹੀਦੀ ਕਿ ਨਹੀਂ? ਹੁਣ ਇਹ ਤਾਂ ਹੈ ਨਹੀਂ ਬੰਦਾ ਕਹੇ ਜੀ ਮੈਂ ਤਾਂ ਘਰ 'ਚ ਸਿਰਫ ਝਾੜੂ ਲਾਉਂਦਾ, ਪੋਚੇ ਲਾਉਂਦਾ, ਜਾਂ ਮੈਂ ਸਾਫ਼ ਸਫਾਈ ਕਰਦਾ ਤਾਂ ਮੈਨੂੰ ਤੰਦਰੁਸਤੀ ਨਹੀਂ ਚਾਹੀਦੀ, ਮੈਨੂੰ ਖੁਸ਼ੀ ਨਹੀਂ ਚਾਹੀਦੀ, ਮੈਨੂੰ ਸ਼ਾਂਤੀ ਨਹੀਂ ਚਾਹੀਦੀ। ਆਖਿਰ ਮੋਕਸ਼, ਮੁਕਤੀ ਤਾਂ ਸਾਰਿਆਂ ਨੂੰ ਚਾਹੀਦੀ ਹੈ। ਜੀਵਨ 'ਚ ਆਨੰਦ ਤਾਂ ਸਾਰਿਆਂ ਨੂੰ ਚਾਹੀਦਾ, ਚਾਹੇ ਕੋਈ ਬੜਾ ਹੋਵੇ, ਛੋਟਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ। ਜੀਵਨ 'ਚ ਹਰ ਕੋਈ ਚਾਹੁੰਦਾ ਕਿ ਮੈਂ ਤੰਦਰੁਸਤ ਰਵਾਂ। ਔਰ ਅਸੀਂ ਉਹੀ ਵਿਧੀਆਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਰਸਤੇ ਤੇ ਚੱਲ ਕੇ ਤੁਸੀਂ ਆਪਣੀਆਂ ਤਕਲੀਫਾਂ, ਦੁੱਖਾਂ, ਬਿਮਾਰੀਆਂ ਨੂੰ ਕੀ ਕਰ ਸਕਦੇ ਹੋ, ਖਤਮ ਕਰ ਸਕਦੇ ਹੋ। ਕਿਉਂਕਿ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਹੈ, ਤੁਹਾਡੇ ਅੰਦਰ ਬਹੁਤ ਬੜੀ ਤਾਕਤ ਹੈ। ਹਾਂ, ਉਹ ਤਾਕਤ ਨੂੰ ਪ੍ਰਗਟ ਕਰਨ ਵਾਸਤੇ, ਜਿੱਦਾਂ ਇਹ ਦੱਸਿਆ ਕਿ ਮਾਈ ਦੇ ਅੰਦਰ ਹੀ ਸਭ ਕੁਝ ਸੀ, ਬਸ ਅਸੀਂ ਉਹਨੂੰ ਯਾਦ ਦਿਲਾਇਆ ਕਿ ਮਾਈ ਤੇਰੇ ਦਿਲ 'ਚ ਉਹ ਪਰਮਾਤਮਾ ਬੈਠਾ, ਪਰਮਾਤਮਾ ਵੱਲ ਧਿਆਨ ਦੇ। ਇਸ ਲਈ ਤੁਹਾਨੂੰ ਵੀ ਇਹ ਗੱਲ ਕਹਾਂਗੇ ਕਿ ਤੁਹਾਡੇ ਜੀਵਨ 'ਚ ਵੀ ਮੁਸੀਬਤ ਆਵੇ ਨਾ, ਪਰੇਸ਼ਾਨੀ ਆਵੇ, ਤਾਂ ਟੈਨਸ਼ਨ ਲੈ ਕੇ ਆਪਣੇ ਦਿਲ ਨੂੰ ਥੋੜਾ ਕਰਨ ਦੀ ਲੋੜ ਨਹੀਂ ਹੈ। ਬਲਕਿ ਜਦੋਂ ਕੋਈ ਮੁਸੀਬਤ ਆਉਂਦੀ ਹੈ, ਬੰਦਾ ਆਪਣੇ ਦਿਲ ਨੂੰ ਛੋਟਾ ਕਰ ਲੈਂਦਾ। ਉਹ ਦਿਲ ਨੂੰ ਛੋਟਾ ਕਰਨ ਦੀ ਨਹੀਂ, ਜੇ ਮੁਸੀਬਤ ਹੈ ਤਾਂ ਹੁਣ ਤਾਂ ਦਿਲ ਨੂੰ ਬੜਾ ਕਰਨ ਦੀ ਜ਼ਰੂਰਤ ਹੈ। ਕਿਉਂਕਿ ਕਿਸੇ ਮੁਸੀਬਤ ਦਾ ਸਾਹਮਣਾ ਅਸੀਂ ਛੋਟੇ ਬਣ ਕੇ ਨਹੀਂ, ਹਿੰਮਤ ਹਾਰ ਕੇ ਨਹੀਂ, ਬਲਕਿ ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ ਵਧਾ ਕੇ ਉਹ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ। ਜਰਾ ਸੋਚੋ, ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਅੱਗੇ ਇੱਕ ਆਦਮੀ ਖੜਾ ਹੈ, ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਮੁਕਾਬਲਾ ਕਰਕੇ ਹੀ ਮੈਂ ਅੱਗੇ ਵਧਣਾ ਹੈ। ਤਾਂ ਹੁਣ ਜੇ ਮੈਨੂੰ ਮੁਕਾਬਲਾ ਕਰਨਾ ਹੀ ਪੈਣਾ ਹੈ ਤਾਂ ਦੋ ਚੀਜ਼ਾਂ ਹੋ ਸਕਦੀਆਂ ਹੈ, ਜਾਂ ਤਾਂ ਮੈਂ ਇੱਥੇ ਬੈਠਾ ਰਵਾਂ ਕਿ ਮੈਂ ਅੱਗੇ ਨਹੀਂ ਵਧਣਾ, ਮੈਂ ਉਹਨਾਂ ਮੁਕਾਬਲਾ ਕਰਨ ਦੇ ਲਾਇਕ ਹੈ ਨਹੀਂ, ਫਿਰ ਤਾਂ ਮੈਂ ਜਿੱਥੇ ਉੱਥੇ ਹੀ ਰਹਿ ਜਾਵਾਂ। ਤਾਂ ਜਾਂ ਬੰਦਾ ਕੀ ਕਹਿੰਦਾ ਹੈ ਕਿ ਠੀਕ ਹੈ, ਜਿਹਦੇ ਨਾਲ ਮੁਕਾਬਲਾ ਕਰਕੇ ਮੈਂ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਫਿਰ ਮੈਂ ਆਪਣੀ ਆਪ ਤੇ ਮਿਹਨਤ ਕਰਾਂ, ਕਿਉਂਕਿ ਮੈਂ ਉਹਦੀ ਤਾਕਤ ਨੂੰ ਤਾਂ ਘਟਾ ਨਹੀਂ ਸਕਦਾ, ਪਰ ਆਪਣੀ ਤਾਕਤ ਨੂੰ ਵਧਾ ਜ਼ਰੂਰ ਸਕਦਾ ਮੈਂ ਮਿਹਨਤ ਕਰਕੇ। ਸਮਝ ਆ ਰਹੀ ਹੈ? ਆਪਣੇ ਤੇ ਮਿਹਨਤ ਕਰਕੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਜ਼ਰੂਰ ਬਣਾ ਸਕਦੇ ਹਾਂ, ਆਪਣੇ ਆਪ ਨੂੰ ਅਸੀਂ ਉੱਚਾ ਜ਼ਰੂਰ ਲਿਜਾ ਸਕਦੇ ਹਾਂ, ਆਪਣੀ ਸੋਚ ਨੂੰ, ਆਪਣੇ ਵਿਸ਼ਵਾਸ ਨੂੰ, ਆਪਣੀ ਹਿੰਮਤ ਨੂੰ ਉੱਚਾ ਜ਼ਰੂਰ ਲਿਜਾ ਸਕਦੇ ਹਾਂ। ਪਰ ਇਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਉਹ ਉੱਚੇ ਦੇ ਨਾਲ ਆਪਣੀ ਤਾਰ ਜੋੜ ਲੈਂਦੇ ਹਾਂ, ਯਾਨੀ ਪ੍ਰਮਾਤਮਾ, ਪ੍ਰਭੂ ਮਾਲਿਕ ਦੇ ਨਾਲ ਆਪਣੀ ਤਾਰ ਜੋੜ ਲੈਂਦੇ ਹਾਂ, ਉਹ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਾਂ, ਤਾਂ ਫਿਰ ਆਪਣੇ ਆਪ ਹੀ ਅਸੀਂ ਨੀਚੋਂ ਊਂਚ ਹੋਣਾ ਸ਼ੁਰੂ ਹੋ ਜਾਂਦੇ ਹਾਂ। ਬੋਲੋ, ਸਮਝਦੇ ਹੋ ਕਿ ਨਹੀਂ? ਜਿੱਦਾਂ ਸ਼ਾਇਦ, ਕਿਉਂਕਿ ਫਿਲਮਾਂ ਦੀ ਗੱਲ ਅੱਜ ਕੱਲ੍ਹ ਜਲਦੀ ਬੰਦੇ ਨੂੰ ਸਮਝ ਆ ਜਾਂਦੀ ਨਾ। ਇੱਕ ਫਿਲਮ ਤੁਸੀਂ ਦੇਖੀ ਹੋਣੀ ਹੈ, ਉਹਦਾ ਇੱਕ ਡਾਇਲੋਗ ਹੈ, ਸ਼ਾਇਦ ਤੁਹਾਨੂੰ ਤੋਂ ਯਾਦ ਆ ਜਾਵੇ ਕਿ ਇੱਕ ਕੋਚ ਦੱਸਦਾ ਹੈ ਕਿ ਮੈਂ ਜਦੋਂ ਅੰਤਿਮ ਮੈਚ ਹੋਣਾ ਹੁੰਦਾ ਹੈ, ਤਾਂ ਅੰਤਿਮ ਮੈਚ ਦੇ ਵਿੱਚ ਕੋਚ ਕਹਿੰਦਾ ਹੈ ਕਿ ਮੈਂ ਰਿੰਗ 'ਚ ਨਹੀਂ ਆਉਣਾ, ਯਾਨੀ ਮੈਂ ਮੈਦਾਨ 'ਚ ਨਹੀਂ ਆਉਣਾ, ਕਿਉਂਕਿ ਮੈਨੂੰ ਪਤਾ ਹੈ ਕਿ ਸੁਲਤਾਨ ਮਰ ਤਾਂ ਸਕਦਾ ਪਰ ਕਦੀ ਹਾਰ ਨਹੀਂ ਸਕਦਾ, ਔਰ ਮੈਂ ਤੈਨੂੰ ਮਰਦਿਆਂ ਹੋਇਆ ਨਹੀਂ ਦੇਖ ਸਕਦਾ, ਪਰ ਮੇਰੀ ਇੱਜ਼ਤ ਜ਼ਰੂਰ ਰੱਖਣੀ ਹੈ ਤੂੰ। ਹੁਣ ਸਮਝ ਆ ਗਿਆ ਹੋਵੇਗਾ ਕਿਹੜੀ ਫਿਲਮ ਦਾ ਡਾਇਲੋਗ ਹੈ, ਕਿਹੜੀ ਫਿਲਮ ਦਾ ਹੈ? ਸੁਲਤਾਨ। ਕਿਉਂਕਿ ਲਾਸਟ ਵਿੱਚ ਜਦੋਂ ਮੁਕਾਬਲਾ ਹੋਣਾ ਸੀ, ਹੁਣ ਜਰਾ ਦੇਖੋ ਕੋਚ ਨੇ ਕਿਹੜੀ ਗੱਲ ਕਹੀ
कि मैनू यकीन है, मैनू पता है कि सुल्तान मर तो सकता पर हार नहीं मन सकता। और नाले भी कहता कि मेरी इलाज भी मैनू यकीन है कि मेरे अखाड़े की इलाज तू रखनी है। यानी उन्होंने दो ही गल्लां कहतियां, हिम्मत दे दी, हौसला दे दिता कि मैनू पता है तू मर तो सकता पर सिर झुका नहीं सकता, तू हार नहीं मन सकता। गल कोच ने की कही, गल कही उसकी सुत्ती ताकत नू जगाण वाली। जिदा कई कहते मैनू पता तेरे तो नहीं होना, वो नहीं तू नहीं कामयाब हो सकता, लै तू की करना है, वो इन्ने जने नहीं सफल हो, तू कितों सफल हो जाना है। तो यदा मतलब असीं उहनूं वो गल कह रहे हैं कि जिहड़ी उहनूं माड़ी मोटी हिम्मत हुंदी है ना वो भी टुट जाती। पर जे तुसीं कहो ना मैनू यकीन है तेरे ते तू मर तो सकदा पर हार कदी नहीं मन सकदा, तो बंदा कहता जब वो मेरे ते इन्ना यकीन करता है तो फिर मैं क्यों ना करा। क्योंकि कई बार दूजिਆਂ ਦਾ विश्वास ही सानू अगे ਵਧਣ ਵਿੱਚ कह दिओ मदद करता कि नहीं। जे कोई साडे ते विश्वास दिखावे, कोई साडे ते विश्वास दिखावे कि फिक्र ना कर, तू कर सकता है, तेरे जीवन च खुशी आएगी, तेरे जीवन च कामयाबी आएगी, तेनू सफलता मिलेगी, विश्वास रख। तो इसी उम्मीद नाल बंदा अपनी कोशिश नू कई गुणा बढ़ा दिंदा है। तो जे कोई कहे तेरे तो नहीं होना, ये किसी तो नहीं होया, तू भी कर ही नहीं पाना, तो फिर बंदे ने जी कोशिश करनी होंगी ना थोड़ी बहुती, फिर बंदा कहता छड्डो जब होना ही नहीं तो फिर कोशिश भी की करनी। मैं पी रहा है, किसी के घर च बीमारी है, परेशानी को कहे इन्हों कितने छड्डनी है, ये तो इदां ही बस इदां ही रहना है, या बीमारी कितों दूर होनी है, ये तो इदां ही रहनी है। तो बंदे कहना जो इदां ही रहनी तो भाई चुप करके बह जाओ, फिर हाथ रख के देखिए तमाशा। पर जे कोई कहे फिक्र ना कर, जे बीमारी है ना इसका हल है, जे परेशानी है इसका हल है, जे कोई नशा है तो इसका भी हल है, यकीन रख अपने मालिक ते, तो फिर बंदा हाथ पैर मारता है, कोशिश करता है कि किते ना किते हल जे है तो कोशिश करना मैनू मिलेगा भी जरूर। समझ आ रही है साडी गल। इनू कहते हैं विश्वास, क्योंकि विश्वास नाल भरपूर इंसान अपने जीवन च कदी हार, इसलिए पहली गल तो तुसीं कह दो कि मैं जीवन च कदी हार नहीं मननी, मैं जीवन च कदी हार, चाहे जिद्दां दे मर्जी हालात हुण मैं हार, मैं अगे बढ़ना है, मैं अगे जाना है, क्योंकि कोई रुकावट, किसी किस्म की रुकावट या किसी किस्म की मुश्किल मैनू रोक नहीं सकती। जे रुकावट बड़ी होएगी तो मैं रुकावट तो डरना नहीं है, बल्कि जे रुकावट बड़ी है तो अपने हौसले नू, अपने विश्वास नू उस तो भी बड़ा करके अगे बढ़ना है। फिर बड़ी तो बड़ी रुकावट भी ऐदां तुसीं पार करते चले जाओगे। जरा समझना सारिਆਂ ने, क्योंकि कहते हैं ना कि जदों तुसीं देखते हो कि ओलंपिक में ਜਿਹੜੇ ਰੇਸਰ ਹੁੰਦੇ ਕਈ ਵਾਰ ਦੌੜਦੇ ਐ ਤਾਂ ਰਸਤੇ ਵਿੱਚ ਨਾ ਇਦਾਂ ਥੋੜੇ ਬੈਰੀਅਰ ਜੇ ਲਾਏ ਹੁੰਦੇ ਜਿਨ੍ਹਾਂ ਨੂੰ ਜੰਪ ਮਾਰ ਕੇ ਉਹਨਾਂ ਨੂੰ ਪਾਰ ਜਾਣਾ ਪੈਂਦਾ ਹੈ। ਔਰ ਜਿਹੜਾ ਸਭ ਤੋਂ ਪਹਿਲਾਂ ਜੰਪ ਲਾਂਦਾ ਫਿਨਿਸ਼ਿੰਗ ਲਾਈਨ ਤੱਕ ਪਹੁੰਚ ਜਾਂਦਾ ਉਹ 골ਡ ਮੈਡਲ ਲੈ ਜਾਂਦਾ ਹੈ। ਹੁਣ ਕਹਿੰਦੇ ਜਦੋਂ ਉਹ ਟ੍ਰੇਨਿੰਗ ਲੈਂਦੇ ਐ ਤਾਂ ਯਾਦ ਰੱਖੋ ਜੇ ਉੱਥੇ ਇੰਨਾ ਉੱਚਾ ਜੰਪ ਹੁੰਦਾ ਹੈ ਤਾਂ ਜਿਹੜੇ ਉਹਨਾਂ ਦੇ ਕੋਚ ਹੈ ਉਹਨਾਂ ਨੂੰ ਐਡੇ ਉੱਚੇ ਜੰਪ ਤੋਂ ਟ੍ਰੇਨ ਦਿੰਦੇ ਐ ਕਿ ਭਾਈ ਜਿੰਨਾ ਉੱਥੇ ਹੋਣਾ ਨਾ ਓਲੰਪਿਕ ਵਿੱਚ तेनू अद्धा फुट उच्चा ही करना पैना, क्योंकि जिहड़ा अद्धा फुट उच्चा कर लेगा ਉਹਦੇ वास्ते ਉਹ करना आसान हो जाएगा, बच्चों की खेड हो जाएगी। जिदा समझ लो कि बंदा कहता ओलंपिक में तेनू 80 किलो भार चकना पैना है, पर कोच उन्होंने ट्रेनिंग दिंदा 100 किलो भार चकन की, तो जिहड़ा घर ही 100 किलो चक रहा है ਉਹਦੇ वास्ते ओलंपिक में आके 80 किलो चकना तो सौखा हो जाएगा। पर जे घर दे विचों 60 किलो चके, 60 किलो की प्रैक्टिस करे तो जो 80 किलो के सामने आना तो वो वास्ते 20 किलो ज्यादा है, काम बड़ा मुश्किल हो जाना है, वो करना ही औखा हो जाना है। पर जे पहले उन्हें प्रैक्टिस बड़ी की होवे तो फिर रेडी हुंदा है कि लै भी इत्थे मैं इन्नी प्रैक्टिस पहले ही कर चुका हाँ, अगे तो हुण एक नौजवान आया कहंदा मालको पंजाब पुलिस में रेस होनी है, ये कितनी रेस है, कहंदा जी 1600 मीटर है, 6 मिनटां च करनी है। यानी पुलिस की अपनी हुंदी है, आर्मी की अपनी हुंदी है, ठीक है। फिर कहता मालको हुंदी नहीं, देखा कमाल की गल है, हाले ते को महीना पिया है, महीना पिया जे तेनू पता ही है कि 1600 मीटर है, 6 मिनटां च करनी है, तो घड़ी ते या मोबाइल ते टाइम ला लू 5 मिनट च कर, क्योंकि जे तू हुण 5 मिनट च महीने अंदर अंदर कर लिया तो 6 मिनट च करना तो तेरे वास्ते बच्चों का खेल है। क्योंकि जिहड़ी चीज़ की पहले ही सानू पता है कि प्रैक्टिस, पर बंदा की है जो टाइम हुंदा है प्रैक्टिस करता नहीं तो सीधा जाके ग्राउंड में जाके वो खेडन की कोशिश करता है, तो जे प्रैक्टिस ही ना होवे तो फिर कामयाबी किद्दां मिलनी। फिर बंदा पता की कहता जी वो गुआंढियां ने कुछ करता तो साडा बच्चा कामयाब नहीं होया, वो फलाने ने पैर की मिट्टी चक ली तो बच्चा
ਟੈਸਟ ਜੋ ਰਹਿ ਗਿਆ, ਬੱਚੇ ਨੇ ਮਿਹਨਤ ਆਪ ਨਹੀਂ ਕੀਤੀ। ਮੋਬਾਈਲ ਤੇ ਫਿਲਮਾਂ ਦੇਖਣ 'ਚ ਟਾਈਮ ਜ਼ਿਆਦਾ, ਟੀਵੀ ਤੇ ਮੂਵੀ ਦੇਖਣ 'ਚ ਟਾਈਮ ਜ਼ਿਆਦਾ ਲਾਤਾ। ਜਿਹੜਾ ਟਾਈਮ ਪ੍ਰੈਕਟਿਸ ਕਰਨ ਦਾ ਹੈ, ਅਗਰ ਪ੍ਰੈਕਟਿਸ ਕਰ ਲੈਂਦਾ ਤਾਂ ਮਜ਼ਾਲ ਹੈ, ਪੂਰੀ ਦੁਨੀਆ ਵੀ ਮਿਲ ਕੇ ਮਿੱਟੀ ਚੱਕੀ ਜਾਂਦੀ ਪੈਰਾਂ ਦੀ, ਜਾਦੂ ਮੰਤਰ ਕਰੀ ਜਾਂਦੀ। ਪਰ ਉਹਦੀ ਮਿਹਨਤ ਔਰ ਮਾਲਕ ਦੀ ਰਹਿਮਤ ਅਗਰ ਹੋ ਜਾਵੇ ਤਾਂ ਕਾਮਯਾਬ ਹੋਣ ਤੋਂ ਕੋਈ ਰੋਕ ਹੀ ਨਹੀਂ ਸਕਦਾ। ਹੁਣ ਤੁਸੀਂ ਦੇਖੋਗੇ ਦੋ ਕਿਸਮ ਦੇ ਬੱਚੇ ਹੁੰਦੇ ਆ। ਲੈ ਜੀ, ਜਿਹੜਾ ਫੇਲ ਹੋ ਗਿਆ ਪਤਾ ਕੀ ਕਹੇਗਾ, ਪੇਪਰ ਬੜੇ ਔਖੇ ਸੀ, ਇੰਨੇ ਔਖੇ ਪੇਪਰ ਆ ਗਏ, ਇਸ ਕਰਕੇ ਫੇਲ ਹੋ ਗਿਆ, ਬੜੇ ਮੁਸ਼ਕਿਲ ਪੇਪਰ ਸੀ, ਮੈਂ ਤਾਂ ਪੜ੍ਹਿਆ ਸੀ ਪਰ ਮੁਸ਼ਕਿਲ ਪੇਪਰ। ਕਮਾਲ ਦੀ ਗੱਲ ਹੈ, ਜੇ ਪੇਪਰ ਸੱਚਮੁੱਚ ਮੁਸ਼ਕਿਲ ਸੀ ਤਾਂ ਸਾਰੇ ਬੱਚੇ ਫੇਲ ਹੋਣੇ ਚਾਹੀਦੇ ਆ। ਫਿਰ ਤਾਂ ਪੇਪਰ ਮੁਸ਼ਕਿਲ ਸਾਰਿਆਂ ਵਾਸਤੇ, ਅੱਗ ਗਰਮ ਸਾਰਿਆਂ ਵਾਸਤੇ ਹੀ ਹੈ, ਚਾਹੇ ਜਿਹੜਾ ਵੀ ਹੱਥ ਪਾਵੇ ਉਹਨੂੰ ਗਰਮੀ ਲੱਗਣੀ ਹੈ। ਪਰ ਇਹ ਕਿੱਦਾਂ ਹੋ ਸਕਦਾ, ਪੇਪਰ ਮੁਸ਼ਕਿਲ ਸੀ, ਤੂੰ ਹੀ ਫੇਲ ਹੋ ਗਿਆ, ਬਾਕੀ ਸਾਰੇ ਪਾਸ ਹੋ ਗਏ, ਤੇਰੇ ਵਾਸਤੇ ਮੁਸ਼ਕਿਲ ਸੀ, ਬਾਕੀਆਂ ਵਾਸਤੇ ਆਸਾਨ ਸੀ। ਤਾਂ ਇੱਥੋਂ ਪਤਾ ਕੀ ਲੱਗਦਾ ਹੈ ਕਿ ਬਾਕੀਆਂ ਨੇ ਮਿਹਨਤ ਕੀਤੀ ਸੀ, ਇਸ ਲਈ ਮਿਹਨਤ ਉਹਨਾਂ ਨੂੰ ਉਸ ਉਚਾਈ ਤੇ ਲੈ ਗਈ, ਉਹਨਾਂ ਸਾਹਮਣੇ ਪੇਪਰ ਆਸਾਨ ਹੋ ਗਏ। ਤਾਂ ਤੂੰ ਭਾਈ ਮਿਹਨਤ ਹੀ ਨਹੀਂ ਕੀਤੀ, ਤੂੰ ਆਪਣਾ ਟਾਈਮ ਖੇਲਣ ਕੁੱਦਣ ਵਿੱਚ ਜਾਂ ਦੁਨੀਆ ਦੀਆਂ ਗੱਪਾਂ ਮਾਰਨ ਵਿੱਚ, ਯਾਰਾਂ ਦੋਸਤਾਂ ਨਾਲ ਘੁੰਮਣ 'ਚ ਲਾ ਦਿੱਤਾ, ਤਾਂ ਫਿਰ ਤੈਨੂੰ ਕਾਮਯਾਬੀ ਕੀ ਮਿਲਣੀ ਹੈ? ਸਮਝਦੇ ਹੋ ਕਿ ਨਹੀਂ? ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ। ਇੱਕ ਨਾ ਅਸੀਂ ਘਰ 'ਚ ਗਏ, ਉੱਥੇ ਇੱਕ ਟੀਵੀ ਚੱਲ ਰਿਹਾ ਸੀ, ਟੀਵੀ ਤੇ ਗਾਣਾ ਲੱਗਾ ਹੋਇਆ ਸੀ, ਦੱਸਣ ਲੱਗੇ ਤੁਹਾਨੂੰ। ਉੱਥੇ ਬੱਚੇ ਦੇਖ ਰਹੇ ਸੀ ਬੈਠੇ, ਗਾਣਾ ਕੀ ਸੀ, ਇੱਕ ਨੌਜਵਾਨ ਕਾਲਜ 'ਚ ਪੜ੍ਹ ਰਿਹਾ ਹੈ, ਕਲਾਸ ਲੱਗੀ ਹੋਈ ਹੈ, ਕੋਈ ਰੋਮਾਂਟਿਕ ਸੌਂਗ ਸੀ ਕਿ ਕਲਾਸ ਲੱਗੀ ਹੋਈ ਹੈ, ਗਾਣਾ ਪੜ੍ਹ ਰਿਹਾ। ਜਦੋਂ ਅਸੀਂ ਅੰਦਰ ਗਏ ਤਾਂ ਉਸਲੇ ਉਹ ਸੀਨ ਚੱਲ ਰਿਹਾ ਸੀ ਕਿ ਕਲਾਸ ਵਿੱਚ ਨਾ ਟੀਚਰ ਪੜ੍ਹਾ ਰਿਹਾ ਹੈ, ਤਾਂ ਜਿਹੜਾ ਹੀਰੋ ਹੈ ਕਲਾਸ ਵਿੱਚ ਬੈਠਾ ਹੈ, ਬੈਠੇ ਬੈਠੇ ਨੂੰ ਉਹਨੂੰ ਹੀਰੋਇਨ ਦੀ ਯਾਦ ਆਉਂਦੀ, ਕਲਾਸ ਛੱਡ ਕੇ ਬਾਹਰ ਨਿਕਲ ਜਾਂਦਾ। ਟੀਚਰ ਕਹਿੰਦਾ ਕਿੱਥੇ ਚੱਲਾਂ ਮੈਂ। ਇਹ ਕਹਾ ਦੇਖੋ, ਇਦਾਂ ਦੇ ਬੰਦਿਆਂ ਨੇ ਨਿਆਣੇ ਖਰਾਬ ਕਰਨੇ। ਹੁਣ ਇਹ ਜਾ ਰਿਹਾ ਕੁੜੀ ਦੇ ਪਿੱਛੇ, ਕੁੜੀ ਵੀ ਨਹੀਂ ਮਿਲਣੀ, ਨੌਕਰੀ ਵੀ ਨਹੀਂ ਮਿਲਣੀ, ਕੈਰੀਅਰ ਵੀ ਗਿਆ, ਤਾਂ ਕੁੜੀ ਦੀ ਸ਼ਾਦੀ ਉਦਾਂ ਨਹੀਂ ਕਰਨੀ ਕਿ ਨਲਾਇਕ ਨਾ ਕਹਿੰਦਾ ਵਿਆਹ ਕਰਨਾ ਕੁੜੀ ਦਾ। ਉਹ ਭਰਾਵਾ ਕਿਉਂ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ? ਬੈਠ ਕੇ ਪੜ੍ਹ ਲੈ, ਪੜ੍ਹ ਲਏਗਾ, ਮਿਹਨਤ ਕਰ ਲਏਗਾ, ਕੈਰੀਅਰ ਬਣਾ ਲਏਗਾ, ਚੰਗੀ ਕੁਰਸੀ ਤੇ ਬੈਠੇਗਾ ਤਾਂ ਹਜ਼ਾਰਾਂ ਰਿਸ਼ਤੇ ਤੇਰੇ ਮਗਰ ਆਣਗੇ। ਤਾਂ ਜੇ ਪੜ੍ਹਾਈ ਛੱਡ ਕੇ ਏਦਾਂ ਹੀ ਦੌੜਦਾ ਰਿਹਾ ਤਾਂ ਦੋਨੇ ਚੀਜ਼ਾਂ ਜਾਣੀਆਂ, ਕੈਰੀਅਰ ਵੀ, ਤਾਂ ਜਿਹਦੇ ਪਿੱਛੇ ਜਾ ਰਿਹਾ ਉਹਨੂੰ ਤਾਂ ਕਿਸੇ ਹੋਰ ਨੂੰ ਬਸ ਸਮਝ ਲਓ। ਕਿਉਂਕਿ ਹਰ ਕੋਈ ਬੰਦਾ ਜਾਂਦਾ ਕਿਹਦੇ ਮਗਰ, ਜਿਹੜਾ ਕਾਮਯਾਬ ਹੋਵੇ। ਨਿਕੰਮਿਆਂ ਨਾਲ ਕੌਣ ਤੋਰਦਾ ਆਪਣੇ? ਕੋਈ ਮਾਤਾ ਪਿਤਾ ਚਾਹੇਗਾ ਨਹੀਂ ਕਿ ਮੇਰੀ ਧੀ ਨਿਕੰਮਿਆਂ ਦੇ ਘਰ ਜਾਵੇ। ਤਾਂ ਹੀ ਕਹਿੰਦੇ ਖੁਦ ਹੀ ਕੋ ਕਰ ਬੁਲੰਦ ਇਤਨਾ, ਕਿ ਆਪਣੇ ਆਪ ਨੂੰ ਮਿਹਨਤ ਕਰਕੇ ਇੰਨੀ ਉਚਾਈ ਤੇ ਬਿਠਾਓ ਕਿ ਸਾਨੂੰ ਕਿਸੇ ਦੀਆਂ ਮਿਹਨਤਾਂ ਨਾ ਕਰਨੀਆਂ ਪੈਣ, ਲੋਕੀ ਆ ਕੇ ਸਾਡੀਆਂ ਮਿਹਨਤਾਂ ਕਰਨਗੇ, ਭਾਈ ਆਹ ਕੰਮ ਕਰ ਲੈ। ਬੋਲੋ ਸਮਝਦੇ ਹੋ ਕਿ ਨਹੀਂ? ਕਹਿੰਦੇ ਨੇ ਕਿ ਲੁਧਿਆਣੇ ਤੋਂ ਕੋਈ ਆਇਆ ਕਿ ਮਾਲਕੋ ਮੁੰਡਾ ਬੜਾ ਲਾਇਕ ਹੈ, ਮੁੰਡੇ ਦੀਆਂ ਬੜੀਆਂ ਡਿਗਰੀਆਂ ਆ, ਕਿ ਮੁੰਡੇ ਦੇ ਆਪਾਂ ਰਿਸ਼ਤੇ ਵਾਸਤੇ ਬੜੇ ਪਰੇਸ਼ਾਨ ਹੈ, ਪੋਸਟਰ ਵੀ ਲਾਏ ਹੈ, ਮੈਰਿਜ ਬਿਊਰੋ ਤੋਂ ਵੀ ਦੱਸਿਆ ਹੈ, ਬੜਾ ਲਾਇਕ ਮੁੰਡਾ ਹੈ। ਅਸੀਂ ਮਨ 'ਚ ਸੋਚਿਆ ਲਾਇਕ ਹੁੰਦਾ ਤਾਂ ਦੀਵਾਰਾਂ ਤੇ ਥੋੜੀ ਲਾਣਾ ਪੈਣਾ ਸੀ, ਫਿਰ ਤਾਂ ਘਰ ਹੀ ਆ ਜਾਣੇ ਸੀਗੇ, ਕਈ ਕੁੜੀਆਂ ਆ ਜਾਣੀਆਂ ਸੀ, ਕਈ ਰਿਸ਼ਤੇ ਕਰ ਲਓ। ਉਹ ਦੀਵਾਰਾਂ ਤੇ ਲਿਆਣਾ ਪਿਆ ਸਾਨੂੰ, ਜਾਂ ਮੈਰਿਜ ਬਿਊਰੋ ਤੇ ਫੋਟੋ ਭੇਜਣੀ ਪਈ, ਇਹਦਾ ਮਤਲਬ ਲਾਇਕ ਵਾਲਾ ਕੰਮ ਤਾਂ ਕੋਈ ਹੈ ਹੀ ਨਹੀਂ, ਕਿਉਂਕਿ ਨਲਾਇਕਾਂ ਨੂੰ ਹੀ ਪੇਸ਼ ਕਰਨਾ ਪੈਂਦਾ ਹੈ। ਜਰਾ ਸਮਝਣਾ ਸਾਰੇ ਜੀਵ। ਤੂੰ ਦੱਸਣਾ ਕੀ ਚਾਹੁੰਦੇ ਆ ਕਿ ਅਸੀਂ ਮਿਹਨਤ ਕਰੀਏ, ਆਪਣੇ ਆਪ ਨੂੰ ਇਦਾਂ ਦਾ ਬਣਾਈਏ ਅਸੀਂ, ਪਰ ਅਸੀਂ ਕੀ ਕਰਦੇ, ਜਦੋਂ ਮਿਹਨਤ ਕਰਨ ਦਾ ਟਾਈਮ ਹੁੰਦਾ ਅਸੀਂ ਫਾਲਤੂ ਦੀਆਂ ਚੀਜ਼ਾਂ ਵਿੱਚ ਟਾਈਮ ਖਰਾਬ ਕਰ ਲੈਂਦੇ। ਜਦੋਂ ਟਾਈਮ ਲੰਘ ਜਾਂਦਾ ਹੈ ਫਿਰ ਬੰਦਾ ਪਛਤਾਉਂਦਾ ਹੈ, ਪਰ ਕਹਿੰਦੇ ਤਬ ਪਛਤਾਏ ਕਿਆ ਹੋਗਾ ਜਬ ਚਿੜੀਆ ਚੁਗੇ ਖੇਤ। ਹੁਣ ਤੁਹਾਨੂੰ ਵੀ ਕਹਾਂਗੇ ਜਰਾ ਗੌਰ ਕਰਨਾ ਕਿ ਕਈਆਂ ਨੂੰ ਡਾਕਟਰ ਕਹਿੰਦਾ ਸ਼ੂਗਰ ਦੀ ਬਿਮਾਰੀ ਹੈ, ਭਾਈ ਮਿੱਠਾ ਖਾਣਾ ਬੰਦ ਕਰ ਦੇ, ਪਰ ਨਹੀਂ, ਜਵਾਨ ਦੇ ਸਵਾਦ ਦੀ ਖਾਤਰ ਮਿੱਠਾ ਖਾਣਾ ਹੀ ਹੈ। ਜਦੋਂ ਵੀ ਕਿਤੇ ਜ਼ਖਮ ਹੋ ਜਾਂਦਾ ਹੈ, ਜਦੋਂ ਕਿਤੇ ਪ੍ਰੋਬਲਮ ਆ ਜਾਂਦੀ, ਡਾਕਟਰ ਕਹਿੰਦਾ ਹੁਣ ਹੱਥ ਪੈਰ ਵੱਢਣਾ ਪੈਣਾ ਹੈ ਜਾਂ ਜ਼ਖਮ ਹੋਣਾ ਨੇ, ਫਿਰ ਬੰਦਾ ਪਛਤਾਉਂਦਾ ਕਿ ਮੈਂ ਕੰਟਰੋਲ ਕਿਉਂ ਨਹੀਂ ਕੀਤਾ। ਕੁਦਰਤ ਸਾਨੂੰ ਪਹਿਲੇ ਹੀ ਇਸ਼ਾਰੇ ਦਿੰਦੀ ਹੈ ਕਿ ਆਪਣਾ ਧਿਆਨ ਰੱਖ, ਆਪਣਾ ਖਿਆਲ ਰੱਖ, ਪਰ ਬਾਅਦ ਚੋਂ ਬੰਦਾ ਕੀ ਕਹਿੰਦਾ ਹੈ, ਜੇ ਕੋਈ ਬਿਮਾਰੀ ਆ ਗਈ ਤਾਂ ਅਸੀਂ ਕਈ ਵਾਰ ਦੱਸੀਦਾ, ਇੱਥੇ ਵੀ ਦੱਸਣਾ ਚਾਹਾਂਗੇ ਕਿ ਅੱਜ ਜਿਹੜੀਆਂ ਬਿਮਾਰੀਆਂ ਆਉਂਦੀਆਂ ਨਾ ਬੰਦੇ ਨੂੰ, ਇਹ ਯਕਦਮ ਨਹੀਂ ਆ ਜਾਂਦੀਆਂ, ਇਹ ਤੁਸੀਂ ਕਮੇਟੀਆਂ ਪਾਈਆਂ ਹੁੰਦੀਆਂ ਫਿਰ ਨਿਕਲਦੀ ਹੈ। ਕਮੇਟੀ ਪਾਉਂਦੇ ਹੋ ਨਾ ਕਿਤੇ, ਕਿਹੜਾ ਕਮੇਟੀ ਪਾਉਂਦਾ ਹੈ? ਪਾਉਂਦੇ ਹੋਣੇ ਕੋਈ 5000 ਦਿੰਦਾ ਮਹੀਨੇ ਦਾ, 10,000, ਫਿਰ ਇੱਕ ਟਾਈਮ ਆਉਂਦਾ ਜਦੋਂ ਸਾਲ ਬਾਅਦ, 1.5 ਸਾਲ ਬਾਅਦ ਕਮੇਟੀ ਨਿਕਲ, ਮੇਰੀ ਨਿਕਲ ਆਈ ਕਮੇਟੀ। ਹੁਣ ਜੇ ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਦਾ BP ਹਾਈ ਹੋ ਗਿਆ, ਕਿਸੇ ਦੇ ਅੰਦਰ ਕੈਂਸਰ ਹੋ ਗਿਆ, ਕਿਸੇ ਨੂੰ ਬਿਮਾਰੀ ਆ ਗਈ, ਤਾਂ 1 ਮਿੰਟ 'ਚ ਨਹੀਂ ਆਉਂਦੀ। ਇਹ ਤੁਸੀਂ ਇੰਨੇ ਸਾਲਾਂ ਤੋਂ ਥੋੜੀਆਂ ਕਮੇਟੀਆਂ ਪਾ ਰਹੇ ਸੀ, ਤਾਂ ਅੱਜ ਉਹ ਕਮੇਟੀ ਨਿਕਲ ਆਈ ਹੈ। ਕੈਂਸਰ ਸਾਹਮਣੇ ਆ ਗਿਆ, ਬਿਮਾਰੀ ਸਾਹਮਣੇ ਆ ਗਈ, ਪ੍ਰੋਬਲਮ ਸਾਹਮਣੇ ਆ ਗਈ, ਔਰ ਇਦਾਂ ਨਹੀਂ ਯਕਦਮ ਆਉਂਦੀ। ਜਿੱਦਾਂ ਹੁਣ ਕੋਈ ਬੰਦਾ ਜਾਵੇ ਔਰ ਕਵੇ ਤੁਹਾਨੂੰ ਕਿ ਲੈ ਵੀ ਉਹ ਮੇਰੇ ਖੇਤ 'ਚੋਂ ਆਪਣੇ ਆਪ ਹੀ ਮੱਕੀ ਬਾਹਰ ਆ ਗਈ, ਤੂੰ ਕਹਿਣਾ ਭਾਈ ਆਪਣੇ ਆਪ ਕਿੱਦਾਂ ਆ ਸਕਦੀ? ਬੀਜ ਪਾਇਆ ਹੋਏਗਾ ਤਾਂ ਹੀ ਆਈ ਹੈ, ਆਪਣੇ ਆਪ ਆਉਂਦੀ ਹੈ ਕਦੀ?
अपने आप ही मक्की आ गई, अपने आप ही कणक आ गई। ਜਿਹੜਾ बीज ਜ਼ਮੀਨ 'ਚ ਜਾਣਾ ਹੈ ਉਹੀ ਬਾਹਰ ਆਣਾ ਵੀ ਹੈ। ਜਰਾ ਹੁਣ ਬੈਠ ਕੇ ਸੋਚਣਾ ਕਿ ਅੱਜ ਕੀ ਬਾਹਰ ਆ ਰਿਹਾ, ਅੱਜ ਤੁਸੀਂ ਕੀ ਪਾ ਰਹੇ ਹੋ, ਕੀ ਵੱਢ ਰਹੇ ਹੋ। ਇਹਦਾ ਮਤਲਬ ਜੋ ਅੱਜ ਸਾਨੂੰ ਮਿਲ ਰਿਹਾ ਨਾ, ਪਿੱਛੇ ਕਿਤੇ ਨਾ ਕਿਤੇ ਅਸੀਂ ਉਹ ਗਲਤੀਆਂ ਕੀਤੀਆਂ ਹੋਈਆਂ ਹੈ ਜਿਨ੍ਹਾਂ ਦਾ ਹਰਜਾਨਾ ਅੱਜ ਸਾਨੂੰ ਭੋਗਣਾ ਪੈ ਰਿਹਾ ਹੈ। और अज अगर असी अपना सुधार करने की तरफ चलीए, अज अगर असी अच्छाई की तरफ चलीए, फैसला कर लीए कि मैं अपने जीवन को नेकी के रास्ते ले जाना है, अच्छाई के रास्ते ले जाना है, तो याद रखो अज अगर अच्छा करन दा, हौसला करन दा, हिम्मत करन दा और सारे डर छड्डन दा फैसला ले लीए, तो आने वाला कल साडे वास्ते खुशियां भरिया, कामयाबी भरिया जरूर हो सकता है। अज अगर कोई बीमारी सानू परेशान कर रही है और असी वो बीमारी के नियमां नूं समझ के वो चीज़ों का त्याग कर दईए, असूलों नूं बना लईए कि आह चीज़ बीमारी नूं वधाउण दा कारण है, मैं इहनूं त्यागना है, तो तुसीं जल्दी बीमारी ते कंट्रोल भी कर सकते हो। बोलो समझदे हो कि नहीं? पर देखो जो करन दी गल आंदी ना, तो फिर इंसान थोड़ा घट तुहाडे सिर हिलदे आ। तो जो भैया फिक्र ना करो, फिक्र ना करो, ओहदी रहमत सब कुछ करे। हाँ फिर ठीक है, मैनूं तां कुछ करना ना पवे, ओहदी रहमत ही सब कुछ करे। तो याद रखो परमात्मा ने सानू जिंदगी दी ना, करन दी ताकत दी, ये भी ओदी रहमत ही है। जे ये भी ओदी रहमत ना होवे तो तुहाडे हथ पैर भी ना हिलन। समझदे हो कि नहीं? हुण कई बार बंदा कहता है जी कृपा करो बैठ के नाम जपा। बोलो समझदे हो कि नहीं? असीं कहंदे अच्छा नाम जपण वास्ते कृपा दी लोड़ है, टीवी मोरे बैठण वास्ते? उत्थे तां कदी कहा नहीं जी कृपा करो घंटा क टीवी बैठ के देखा। यानी बुरी जगह अपने आप बैठना है, तो चंगी जगह बैठण वास्ते कृपा दी लोड़ है। चंगी जगह परमात्मा बिठावे तो बुरी जगह मैं अपने आप ही बैठना है। जरा सोचने वाली गल है कि नहीं? जरा समझ के देखो, यानी जिहड़ी चीज सानू फायदा है वो चीज असी रब दे उत्ते छड्डी हुई है, रब करावे, तो जिहड़ी चीज साडा नुकसान है वो असी आप ही करी जा रहे हैं। समझ आ रही कि नहीं? इसलिए जीवन के कुछ नियम बनाओ अपने। सब तो पहला नियम कि अगर अपने मालिक नू, अपनी मालिक दी रहमतां नू हासिल करना है, जीवन खुशियां नू हासिल करना है, तो सब तो पहला तो एक ये नियम बनाना पड़ेगा कि मैनू अपने अंदर बैठी हो ताकत ते विश्वास करना पड़ेगा, यकीन करना पड़ेगा। और जिदा ही दस रहे थे कि संत दादू दयाल अपनी वाणी च कहते हैं, ये बड़ी प्यारी गल जरा ध्यान देना कि संत दादू अपने शब्द दसदे है कि सतसंग पशु मानुष करे, सतसंग पशु मानुष करे, मानुष से सिद्ध होए, दादू सिद्ध से देवता और देव निरंजन होए। संत दादू दयाल कहते हैं कि बंदे अंदर 4 प्रकार के गुण होंगे है। हर इंसान के अंदर, चाहे औरत है, मर्द है, बच्चा है, बुढ़ा है, हर इंसान के अंदर 4 प्रकार के गुण होंगे है। केड़ा केड़ा गुण दसिया उन्होंने? पशु वाला, मानुष वाला, सिद्धा वाला, देवतियां वाला और निरंजनता यानी परमात्मा। वह गुण कह ही नहीं सकते, वह रूप ही कहांगे असीं। समझदे हो कि नहीं? वो तो कहांगे परमात्मा ही है। कि संत दादू दस रहे कि कुछ गुण होंगे इंसान के अंदर, चाहे वह बच्चा होवे, चाहे बुढ़ा होवे, चाहे औरत होवे, चाहे मर्द होवे। ये कुछ गुण दसे है। केड़ा केड़ा गुण? एक पशु वाला, एक मानुष वाला, एक सिद्धा वाला, एक देवतियां वाला और चौथा 5वां गुण जिहड़ा है वो निरंजन वाला। निरंजन यानी जो जूनिया तो रहता यानी परमात्मा, वो प्रभु। हूँ ये 5 ही गुण इंसान के अंदर है। जरा गौर करना, क्योंकि इंसान, जरा ध्यान देना, ये 5 ही गुण इंसान अंदर कितना है कि इंसान चाहे तब जानवरों वाले काम भी कर सकता है, पशुओं वाले काम भी कर सकता है। इसलिए तुम कईयां नूं देखोगे कि जो कोई इदां दा काम करते हैं, कहते लै भी ये तां जानवरों की तरह हो गया, ये तां जानवर बन गया है। कमाल की गल है। और कई तो आवाज़ां भी कढ़दे फिर दियां। समझदे हो कि नहीं? सो दसना की चाहते हैं कि इंसान जानवर भी हो सकता है, पर जानवर तो इंसान, इंसान तो सिद्ध और सिद्ध तो देवता और देवता तो निरंजन यानी परमात्मा की पदवी ते भी बंदा पहुंच सकता है। एक गल याद रखना, जिदा कह लो ना, एक बच्चा अनपढ़ भी हो सकता है, पर जे टीचर को चला जावे तो बच्चा पढ़िया लिखा भी हो सकता है। फिर वो बच्चा डॉक्टर भी हो सकता है, इंजीनियर भी हो सकता है, साइंटिस्ट भी हो सकता है, आर्मी च भी जा सकता है। यानी टीचर नाल मिलन तो बाद बड़ियां ऑप्शन है, कुछ भी अगे सीख सकता है। वो जिदा दी मेहनत करेगा उदा दा वो हो जाएगा। हुण इसी तरह इत्थे संत दादू भी दसदे हैं कि संतां दी संगत विच बैठ के जिहड़े पशु बिरती वाले हुंदे ना, पशु बिरती वाले, क्योंकि कईयां दी बिरती पशुओं वाली होंदी है। जिदा पशु का काम की हुंदा है, बस जिदा
एक बड़ी प्यारी गल याद आ गई सानू। कहते ने एक बार दो गधियां नूं लैके उन्होंने दोनों के गले च एक दूजे ने रस्सी बंध दी गई। दोनों के गले च रस्सी बंध दी गई और उन्होंने गब्बे खड़ा कर दिता गया और इधर भी घाह रख दिता, उधर भी घाह रख दिता, यानी दोनों पासे घाह रख दिता। और रस्सी इन्नी लंबी सी गब्बे कि ना वो घाह तक पहुंच सके ना वो पहुंच सके, पर हुण दोनों नूं छड्ड दिता गया। ਉਹਦਾ ਮੂੰਹ ਐਨੂੰ ਘਾਲ ਕਰਤਾ, ਉਹਦਾ ਮੂੰਹ ਉਹਨੂੰ ਘਾਲ ਕਰ ਦਿੱਤਾ। ਹੁਣ ਇੱਕ ਦੂਜੇ ਨਾਲ ਰੱਸੀ ਬੰਨੀ, ਖੁੰਡਾ ਕੋਈ ਹੈ ਨਹੀਂ। ਹੁਣ ਦੋਨਾਂ ਗਧਿਆਂ ਨੇ ਜਦੋਂ ਘਾਹ ਨੂੰ ਦੇਖਿਆ ਨਾ ਤਾਂ ਦੋਨੇ ਆਪਣੇ ਆਪਣੇ ਘਾਹ ਦੌੜੇ, ਪਰ ਜਿੱਦਾਂ ਹੀ ਦੌੜੇ ਘਾਹ ਤੱਕ ਦੋਨੇ ਨਹੀਂ ਪਹੁੰਚੇ, ਗਲੇ ਖਿੱਚੇ ਗਏ। ਹੁਣ ਉਹ ਉਧਰ ਨੂੰ ਖਿੱਚ ਰਿਹਾ ਹੈ, ਉਹ ਉਧਰ ਨੂੰ ਖਿੱਚ ਰਿਹਾ, ਗਲੇ ਘੁੱਟ ਹੁੰਦੇ ਜਾ ਰਹੇ ਆ, ਪਰ ਨਾ ਉਹ ਚਾਰੇ ਤੱਕ ਪਹੁੰਚ ਰਿਹਾ ਨਾ ਉਹ ਚਾਰੇ ਤੱਕ ਪਹੁੰਚ ਰਿਹਾ ਹੈ। ਉਹ ਵੀ ਦੁੱਖ ਪਾ ਰਿਹਾ, ਇਹ ਵੀ ਦੁੱਖ ਪਾ ਰਿਹਾ ਹੈ। ਅਗਰ ਇੱਥੇ ਥੋੜਾ ਸਮਝਦਾਰ ਹੁੰਦੇ ਤਾਂ ਦੋਨੇ ਕਹਿੰਦੇ ਚੱਲ ਭਾਈ ਪਹਿਲਾਂ ਰਲ ਕੇ ਆਹ ਖਾ ਲਈਏ, ਫਿਰ ਰਲ ਕੇ ਉਹ ਖਾ ਲਾਵਾਂਗੇ, ਨਾ ਤੂੰ ਦੁਖੀ ਨਾ ਮੈਂ ਦੁਖੀ, ਦੋਨੇ ਰਲ ਕੇ ਕੰਮ ਕਰਦੇ। ਪਰ ਨਹੀਂ, ਗਧੇ ਸੀ, ਮੈਂ ਉਹ ਖਾਣਾ ਮੈਂ ਖਾਣਾ ਮੈਂ ਖਾਣਾ, ਤੂੰ ਆਪਣੇ ਆਪ ਨੂੰ ਖਿੱਚ ਰਹੇ ਹੈ। ਕਹਿੰਦੇ ਖਿੱਚਦੇ ਖਿੱਚਦੇ ਰੱਸੀ ਇੰਨੀ ਟਾਈਟ ਹੋ ਗਈ ਕਿ ਮਰਨੋਂ ਬਚੇ। ਉਹ ਜਦੋਂ ਦੇਖਿਆ ਮਾਲਿਕ ਨੇ ਤਾਂ ਮਰਨ ਲੱਗੇ ਹੈ, ਉਹਨਾਂ ਰੱਸੀ ਆ ਕੇ ਖੋਲੀ ਤਾਂ ਲਾਸ਼ਾਂ ਪੈ ਗਈਆਂ ਗਲ 'ਚ, ਯਾਨੀ ਨਿਸ਼ਾਨ ਬਣ ਗਏ ਰੱਸੀ ਦੇ। ਇੱਥੇ ਤੱਕ ਖੂਨ ਵੀ ਨਿਕਲਣ ਵਾਲਾ ਸੀ, ਇੰਨੀ ਲਾਲਗੀ ਆ ਗਈ ਗਲੇ ਨੂੰ। ਤਾਂ ਮਾਲਿਕ ਬੜਾ ਹੈਰਾਨ ਹੋਇਆ, ਕਮਾਲ ਦੀ ਗੱਲ ਹੈ, ਇਹ ਗਧੇ ਕਰਦੇ ਕੀ ਪਏ। ਪਰ ਜਦੋਂ ਇਹ ਕਹਾਣੀ ਅਸੀਂ ਸੁਣੀ ਨਾ, ਅਸੀਂ ਕਹਿੰਦੇ ਗਧਿਆਂ ਦਾ ਹਾਲ ਨਹੀਂ ਕਿ ਬੰਦੇ ਵੀ ਇਦਾਂ ਦੇ ਹੁੰਦੇ ਕਿ ਤਕਲੀਫ ਚੱਲੀ ਜਾਣੀ, ਪਰ ਨਾ ਮੈਂ ਖਾਣਾ ਨਾ ਤੈਨੂੰ ਖਾਣ ਦੇਣਾ, ਨਾ ਮੈਂ ਜੀਣਾ ਨਾ ਤੈਨੂੰ ਜੀਣ ਦੇਣਾ ਹੈ। ਮੈਂ ਵੀ, ਮੈਨੂੰ ਬਿਸ਼ੱਕ ਜਿਹਦਾ ਕਹੀਏ ਨਾ, ਕੋਈ ਨਹੀਂ ਕੋਰਟ ਕਚਹਿਰੀਆਂ 'ਚ ਮੇਰੀ ਜ਼ਮੀਨ ਵਿਕ ਜਾਵੇ ਪਰ ਮੈਂ ਤੈਨੂੰ ਵੀ ਛੱਡਣਾ ਨਹੀਂ ਹੈ। ਕੋਰਟਾਂ 'ਚ ਲੈ ਕੇ ਜਾਊਂ, ਕਚਹਿਰੀਆਂ 'ਚ ਲੈ ਕੇ ਜਾਊਂ, ਥਾਣੇਦਾਰ ਨੂੰ ਚਾਹੇ 10,000 ਦੇਣਾ ਪੈ ਜਾਵੇ, ਪਰ ਤੈਨੂੰ ਨਹੀਂ ਛੱਡਦਾ ਮੈਂ। ਇਹ ਗਧਿਆਂ ਦਾ ਹਾਲ ਹੀ ਹੈ। ਫਿਰ ਅਮੀ ਦਿਓਗ ਨਹੀਂ, ਨਾ ਮੈਂ ਜੀਣਾ ਹੈ ਚੈਨ ਨਾਲ, ਨਾ ਤੈਨੂੰ ਜੀਣ ਦੇਣਾ ਹੈ। ਹਾਲਾਂਕਿ ਹੁੰਦਾ ਕੀ ਹੈ ਕਿ ਅਗਰ ਅਸੀਂ ਥੋੜੇ ਜਿਹੇ ਇਨਸਾਨ ਬਣੀਏ ਤਾਂ ਜਰਾ ਗੌਰ ਕਰਨਾ, ਜੇ ਸਿਰਫ ਅਸੀਂ ਆਪਣੇ ਬਾਰੇ ਹੀ ਸੋਚ ਰਹੇ ਹਾਂ ਕਿ ਮੈਨੂੰ ਮਿਲੇ ਤਾਂ ਇਹ ਜਾਨਵਰਾਂ ਵਾਲਾ ਗੁਣ ਹੈ। ਸਮਝਦੇ ਹੋ? ਤਾਂ ਜੇ ਬੰਦਾ ਰੱਬ ਨੂੰ ਕਹੇ ਕਿ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇ, ਸਭ ਤੇ ਕਿਰਪਾ ਕਰ, ਸਭ ਤੇ ਰਹਿਮਤ ਕਰ। ਜਿੱਦਾਂ ਹੁਣ ਇੱਥੇ ਇੱਕ ਛੋਟੀ ਜਿਹੀ ਕਹਾਣੀ ਫਕੀਰਾਂ ਦੀ ਹੋਰ ਯਾਦ ਆ ਗਈ। ਬਾਕੀ ਫਿਰ ਟਾਈਮ ਵੀ ਕਾਫੀ ਹੋ ਗਿਆ, ਸਤਸੰਗ ਨੂੰ ਸਮਾਪਤੀ ਵੱਲ ਲੈ ਕੇ ਚੱਲਾਂਗੇ। ਕਿ ਫਕੀਰਾਂ ਦੀ ਗੱਲ ਯਾਦ ਆ ਗਈ। ਇੱਕ ਵਾਰ ਇੱਕ ਫਕੀਰਾਂ ਦੇ ਸੇਵਕ ਨੇ ਫਕੀਰਾਂ ਨੂੰ ਪੁੱਛਿਆ, ਬੜੀ ਮਸ਼ਹੂਰ ਕਹਾਣੀ ਹੈ ਕਿ ਫਕੀਰਾਂ ਦੇ ਸੇਵਕ ਨੇ ਫਕੀਰਾਂ ਨੂੰ ਪੁੱਛਿਆ ਕਿ ਮਹਾਰਾਜ ਮੈਨੂੰ ਇਹ ਦੱਸੋ ਕਿ ਪ੍ਰਮਾਤਮਾ ਕੀ ਹੈ ਤਾਂ ਬੰਦਾ ਕੀ ਹੈ। ਤਾਂ ਫਕੀਰਾਂ ਨੇ ਕਿਹਾ ਪ੍ਰਮਾਤਮਾ ਦੀ ਤਾਂ ਸ਼ਾਨ ਹੀ ਬਹੁਤ ਬੜੀ ਹੈ, ਤਾਂ ਬੰਦਾ ਪ੍ਰਮਾਤਮਾ ਦੇ ਸਾਹਮਣੇ ਕੀ ਹੈ। ਪਰ ਮੈਂ ਤੈਨੂੰ ਬੇਟਾ ਕਹਿਣਾ ਚਾਹੂੰਗਾ, ਕਿਉਂਕਿ ਮੈਂ ਤੇਰੀ ਬਿਰਤੀ ਨੂੰ ਦੇਖ ਰਿਹਾ, ਤੈਨੂੰ ਅੰਦਰ ਦੇਖ ਰਿਹਾ ਮੈਂ, ਕਿ ਜੇ ਤੂੰ ਪ੍ਰਮਾਤਮਾ ਨੂੰ ਸ਼ਾਨਾਂ ਵਾਲਾ ਨਹੀਂ ਸਮਝ ਸਕਦਾ ਤਾਂ ਕਮ ਸੇ ਕਮ ਆਪਣੇ ਵਰਗਾ ਜ਼ਰੂਰ ਸਮਝੀ। ਉਹ ਕਹਿੰਦਾ ਮਹਾਰਾਜ ਇਹਦਾ ਮਤਲਬ ਕਿ ਆਪਣੇ ਵਰਗਾ ਜ਼ਰੂਰ ਸਮਝੀ, ਕਿ ਮੈਂ ਸਮਝਦਾ ਨਹੀਂ ਰੱਬ ਨੂੰ ਆਪਣੇ ਵਰਗਾ, ਮੈਂ ਤਾਂ ਰੱਬ ਨੂੰ ਆਪਣੇ ਤੋਂ ਬੜਾ ਸਮਝਦਾ ਹਾਂ। ਫਕੀਰ ਕਹਿੰਦੇ ਬੇਟਾ ਬੋਲਣ ਦੀ ਗੱਲ ਹੋਰ ਹੁੰਦੀ ਹੈ, ਪਰ ਕਰਨ ਦੀ ਗੱਲ ਹੋਰ ਹੁੰਦੀ ਹੈ। ਜਦੋਂ ਇੰਨੀ ਗੱਲ ਫਕੀਰਾਂ ਨੇ ਕਹੀ ਤਾਂ ਸੇਵਕ ਨੂੰ ਗੁੱਸਾ ਜਿਹਾ ਲੱਗਾ, ਕਹਿੰਦਾ ਉੱਠ ਕੇ ਚਲੇ ਗਿਆ, ਲੈ ਮਹਾਰਾਜ ਤੁਸੀਂ ਮੈਨੂੰ ਕੀ ਸਮਝਿਆ ਕਿ ਮੈਂ ਰੱਬ ਨੂੰ ਆਪਣੇ ਵਰਗਾ ਵੀ ਨਹੀਂ ਸਮਝਦਾ, ਇਸ ਲਈ ਚੱਲਾਂ ਮੈਂ ਤੁਹਾਡੇ ਕੋਲੋਂ, ਫੇਰ ਆਊਂਗਾ। ਹੁਣ ਮੇਰਾ ਮਸਲਾ ਹੱਲ ਨਹੀਂ ਹੋਇਆ, ਮੈਨੂੰ ਸਵਾਲ ਦਾ ਜਵਾਬ ਸਹੀ ਨਹੀਂ ਦਿੱਤਾ ਤੁਸੀਂ। ਫਕੀਰ ਕਹਿੰਦੇ ਰੁਕ ਫਿਰ, ਗੁੱਸੇ 'ਚ ਜਾ ਰਹੇ ਆ, ਰੋਟੀ ਵੀ ਨਹੀਂ ਖਾਧੀ, ਲੈ ਇਦਾਂ ਕਰ। ਕਿਆ ਕਹਿ ਕੇ ਫਕੀਰਾਂ ਨੇ ਨਾ 2 ਪਰੌਂਠੇ ਤਾਂ 2 ਸੁੱਕੀਆਂ ਰੋਟੀਆਂ ਕਾਗਜ਼ 'ਚ ਲਪੇਟੀਆਂ, ਕੱਪੜੇ 'ਚ ਪਾਈਆਂ, ਉਹਨੂੰ ਦੇ ਦਿੱਤੀਆਂ। ਕਹਿੰਦੇ ਲੈ ਰਸਤੇ 'ਚ ਖਾ ਲਈ। ਫਿਰ ਹੁਣ ਲੈ ਕੇ ਤੁਰ ਪਿਆ। ਤੁਰਦਾ ਇੱਕ ਜੰਗਲ 'ਚ ਜਿੱਥੋਂ ਇਹ ਰਸਤਾ ਜਾ ਰਿਹਾ ਸੀ, ਇਕਾਂਤ ਵਿੱਚ ਪਹੁੰਚਿਆ। ਸੋਚਿਆ ਭੁੱਖ ਲੱਗ ਗਈ ਹੈ, ਦੁਪਹਿਰ ਹੋ ਗਈ, ਪਹਿਲਾਂ 2-4 ਰੋਟੀਆਂ ਖਾ ਲਈਏ। ਹੁਣ ਬੈਠਾ ਪੇੜ ਦੇ ਥੱਲੇ, ਜਦੋਂ ਕੱਪੜਾ ਖੋਲ੍ਹਿਆ, ਕਾਗਜ਼ ਖੋਲ੍ਹ ਕੇ ਦੇਖਿਆ ਤਾਂ ਵਿੱਚ 2 ਪਰੌਂਠੇ ਸੀ ਆਲੂਆਂ ਵਾਲੇ, ਦੇਸੀ ਘਿਓ ਨਾਲ ਚੁਪੜੇ ਹੋਏ, ਤਾਂ 2 ਸੁੱਕੀਆਂ ਰੋਟੀਆਂ ਸੀ। ਹੁਣ ਬੈਠ ਕੇ ਖਾਣ ਹੀ ਲੱਗਾ ਸੀ ਕਿ ਜਦ ਨੂੰ ਇੱਕ ਫਕੀਰ ਆ ਗਿਆ। ਫਕੀਰ ਕਹਿੰਦੇ ਬੇਟਾ ਬੜੀ ਭੁੱਖ ਲੱਗੀ ਆ, ਰੋਟੀਆਂ ਤੇਰੇ ਕੋਲ ਹੈਗੀਆਂ, ਕੁਛ ਫਕੀਰ ਨੂੰ ਵੀ ਦੇ ਦੇ ਰੱਬ ਦੇ ਨਾਂ ਤੇ। ਤੂੰ ਸਮਝ ਲੈ ਫਕੀਰ ਨੂੰ ਨਹੀਂ ਦੇ ਰਿਹਾ, ਰੱਬ ਨੂੰ ਦੇ ਰਿਹਾ ਤੂੰ, ਕਿਉਂਕਿ ਕਹਿੰਦੇ ਫਕੀਰ ਦੇ ਮੂੰਹ 'ਚ ਗਿਆ, ਰੱਬ ਦੇ ਮੂੰਹ 'ਚ ਗਿਆ, ਇੱਕ ਬਰਾਬਰ ਹੁੰਦਾ ਹੈ, ਇਸ ਲਈ ਬੇਟਾ ਦੇ ਦੇ ਕੁਛ। ਤਾਂ ਉਸ ਲਈ ਉਹਨਾਂ ਦੇਖਿਆ 2 ਪਰੌਂਠੇ 2 ਰੋਟੀਆਂ, ਫਕੀਰ ਮੰਗਦਾ ਪਿਆ। ਇੱਦਾਂ ਕਰਦੇ ਆ, ਸੁੱਕੀਆਂ ਰੋਟੀਆਂ ਫਕੀਰ ਨੂੰ ਦਿੰਦੇ, ਪਰੌਂਠੇ ਆਪ ਖਾਂਦੇ। ਕਹਿ ਕੇ 2 ਪਰੌਂਠੇ ਰੱਖ ਲਏ, ਸੁੱਕੀਆਂ ਰੋਟੀਆਂ ਫਕੀਰ ਦੇ ਅੱਜ ਦੇਤੀਆਂ। ਫਕੀਰ ਕਹਿੰਦੇ ਬੇਟਾ 2 ਪਰੌਂਠੇ, ਇੱਕ ਤਾਂ ਮੈਨੂੰ ਦੇ ਦੇ, ਉਹ ਰੱਬ ਦੇ ਨਾਂ ਤੇ ਇੱਕ ਤਾਂ ਦੇ ਦੇ। ਤੈਨੂੰ ਕਹਿੰਦਾ ਜੋ ਮਿਲਿਆ ਖਾ ਲਾ, ਨਹੀਂ ਤਾਂ ਵੀ ਖੋਲੂ ਹੈ। ਆਇਆ ਵੱਡਾ, ਮੇਰੀ ਮਰਜ਼ੀ, ਮੇਰੀ ਰੋਟੀ, ਮੇਰੇ ਪਰੌਂਠੇ, ਤੈਨੂੰ ਜੋ ਦੇਣਾ ਦੇ ਦਿੱਤਾ, ਚੁੱਪ ਕਰਕੇ ਸ਼ੁਕਰ ਕਰਕੇ ਖਾ, ਚੱਲ ਇੱਥੋਂ। ਫਕੀਰ ਕਹਿੰਦਾ ਸੱਚੀ ਬੇਟਾ ਨਹੀਂ ਦੇਣਾ ਇੱਕ ਪਰੌਂਠਾ? ਇੱਦਾਂ ਕਰਦਾ ਤੂੰ 2 ਰੋਟੀਆਂ ਤੂੰ ਰੱਖ ਲੈ, ਪਰੌਂਠੇ ਮੈਨੂੰ ਦੇ ਦੇ। ਉਹਨੂੰ ਫਿਰ ਗੁੱਸਾ ਆ ਗਿਆ, ਕਹਿੰਦਾ ਜਾਂਦਾ ਕਿ ਨਹੀਂ ਤੂੰ? ਝਿੜਕ ਮਾਰੀ ਫਕੀਰ ਨੂੰ। ਜਦੋਂ ਝਿੜਕ ਮਾਰੀ ਤਾਂ ਫਕੀਰ ਉੱਚੀ ਉੱਚੀ ਹੱਸਣ ਲੱਗ ਗਿਆ।
ਉੱਚੀ ਉੱਚੀ ਹੱਸਣ ਲੱਗ ਗਏ। ਉਹ ਕਹਿੰਦਾ ਹੁਣ ਕੀ ਤੇਰਾ ਦਿਮਾਗ ਖਰਾਬ ਹੋ ਗਿਆ, ਪਰੌਂਠੇ ਨਹੀਂ ਮਿਲੇ ਤਾਂ ਹੱਸਣ ਲੱਗ ਪਿਆ, ਕੀ ਗੱਲ ਹੈ? ਤਾਂ ਉਸ ਵੇਲੇ ਫਕੀਰ ਨੇ ਕਿਹਾ ਪਹਿਚਾਣ ਮੈਨੂੰ ਬੇਟਾ, ਪਹਿਚਾਣ। ਉਹ ਕਹਿੰਦਾ ਕੌਣ ਹੈ? ਫਕੀਰ ਨੇ ਕਹਿੰਦੇ ਆਪਣੀ ਕੰਬਲੀ ਲਈ ਚੱਕੀ ਤਾਂ ਦੇਖਿਆ ਉਹਦਾ ਮੁਰਸ਼ਦ ਸਾਹਮਣੇ ਖੜਾ ਹੈ। ਭੇਸ਼ ਬਦਲ ਕੇ ਮੁਰਸ਼ਦ ਆਇਆ ਸੀ। ਕਹਿੰਦੇ ਤੈਨੂੰ ਕਿਹਾ ਸੀ ਨਾ, ਤੂੰ ਕਹਿੰਦਾ ਰੱਬ ਕੀ ਹੈ ਤਾਂ ਬੰਦਾ ਕੀ ਹੈ। ਇਹ ਰੱਬ ਦੀ ਸ਼ਾਨ ਬੜੀ ਉੱਚੀ ਹੈ, ਬੰਦਾ ਬੜਾ ਥੱਲੇ ਹੈ। ਪਰ ਬੇਟਾ ਤੇਰੀ ਹਾਲਤ ਇਹ, ਮੈਂ ਤੈਨੂੰ ਕਹਾਂਗਾ ਕਿ ਰੱਬ ਨੂੰ ਜੇ ਸ਼ਾਨਾਂ ਵਾਲਾ ਨਹੀਂ ਸਮਝਣਾ ਤਾਂ ਆਪਣੇ ਵਰਗਾ ਸਮਝੀ, ਪਰ ਤੂੰ ਤਾਂ ਆਪਣੇ ਵਰਗਾ ਵੀ ਨਹੀਂ ਸਮਝਿਆ। ਕਹਿੰਦਾ ਕੀ ਮਤਲਬ? ਇਹ ਕਹਾ ਦੇਖ ਲੈ, ਅਸੀਂ ਤੈਨੂੰ ਕਿਹਾ ਸੀ ਰੱਬ ਦੇ ਨਾਂ ਤੇ 2 ਦੇ ਦੇ, ਤਾਂ ਜੇ ਤੂੰ ਆਪਣੇ ਵਰਗਾ ਹੀ ਸਮਝਦਾ ਤਾਂ 1 ਰੋਟੀ ਔਰ 1 ਪਰੌਂਠਾ ਮੈਨੂੰ ਦਿੰਦਾ ਰੱਬ ਨੂੰ, ਤੇ 1 ਆਪ ਰੱਖਦਾ। ਪਰ ਤੂੰ ਆਪ ਰੱਖ ਲੈ ਚੋਪੜੇ ਪਰੌਂਠੇ, ਤਾਂ ਰੱਬ ਦੇ ਨਾਂ ਤੇ ਦਿੱਤੀਆਂ ਸੁੱਕੀਆਂ ਰੋਟੀਆਂ। ਇਹਦਾ ਮਤਲਬ ਤੂੰ ਆਪਣੇ ਆਪ ਨੂੰ ਰੱਬ ਤੋਂ ਚੰਗਾ ਹੀ ਸਮਝਦਾ ਕਿ ਮੈਂ ਚੰਗਾ ਪਰੌਂਠਿਆਂ ਦਾ ਹੱਕਦਾਰ ਹਾਂ ਤਾਂ ਰੱਬ ਤੋਂ ਸੁੱਕੀ ਦੇਈਓ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਇਨਸਾਨ ਵੀ ਕਈ ਵਾਰ ਲੈ ਵੀ ਪਰਮਾਤਮਾ ਤਾਂ ਇਦਾਂ, ਪਰਮਾਤਮਾ ਉਦਾਂ, ਪਰ ਜਦੋਂ ਜੀਵਨ 'ਚ ਮਾੜੀ ਜਿਹੀ ਪਰੇਸ਼ਾਨੀ ਆਉਂਦੀ ਹੈ ਨਾ, ਮਾੜੀ ਜਿਹੀ ਕੋਈ ਮੁਸ਼ਕਿਲ ਆਉਂਦੀ ਹੈ, ਦੂਰ ਨਾ ਹੋਵੇ ਤਾਂ ਬੰਦਾ ਹੈ ਨਹੀਂ ਕੋਈ ਰੱਬ, ਹੈ ਨਹੀਂ ਕੋਈ ਭਗਵਾਨ, ਮੈਂ ਨਹੀਂ ਮੰਨਦਾ ਕਿਸੇ ਰੱਬ ਨੂੰ। ਉੱਥੋਂ ਆ ਕੇ ਪਤਾ ਲੱਗਦਾ ਹੈ ਕਿ ਇਨਸਾਨ ਦਾ ਵਿਸ਼ਵਾਸ ਪੱਕਾ ਹੈ ਜਾਂ ਕੱਚਾ। ਔਰ ਯਾਦ ਰੱਖੋ ਕਈ ਵਾਰ ਪਰਮਾਤਮਾ ਜਦੋਂ ਸਾਨੂੰ ਦਿੰਦਾ ਹੈ ਨਾ, ਤਾਂ ਦੇਣ ਤੋਂ ਪਹਿਲਾਂ ਥੋੜਾ ਠੋਕ ਕੇ ਦੇਖਦਾ ਹੈ, ਬਜਾ ਕੇ ਦੇਖਦਾ ਕਿ ਭਾਂਡਾ ਪੱਕਾ ਹੈ ਤਾਂ ਫਿਰ ਦੇਵਾਂ, ਜੇ ਕੱਚਾ ਹੈ ਤਾਂ ਹਲੇ ਲੈਣ ਦੇ ਲਾਇਕ ਨਹੀਂ ਹੈ। ਇਸ ਲਈ ਜੀਵਨ 'ਚ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਯਾਨੀ ਕਹਿਣ ਦਾ ਮਤਲਬ ਦੁੱਖ ਹੋਵੇ, ਸੁੱਖ ਹੋਵੇ, ਮੁਸ਼ਕਿਲ ਹੋਵੇ, ਪਰੇਸ਼ਾਨੀ ਹੋਵੇ, ਪਰ ਯਕੀਨ ਹਮੇਸ਼ਾ ਆਪਣੇ ਮਾਲਿਕ ਤੇ ਰੱਖੋ। ਹਰ ਵੇਲੇ ਉਹਦਾ ਸ਼ੁਕਰ ਕਰੋ ਕਿ ਇਹ ਮਾਲਿਕ ਅਸੀਂ ਸੱਚੇ ਹਾਂ। ਔਰ ਸੱਚਿਆਂ ਨੂੰ ਚਾਹੇ ਅੱਗ 'ਚ ਹੀ ਕੱਢ ਲਓ, ਚਾਹੇ ਜਿੱਥੇ ਮਰਜ਼ੀ, ਜਿੱਦਾਂ ਕਹਿੰਦੇ ਨਾ ਸੋਨੇ ਨੂੰ ਰਗੜਿਆ ਵੀ ਜਾਂਦਾ ਹੈ, ਅੱਗ 'ਚ ਪਾ ਕੇ ਸਾੜਿਆ ਵੀ ਜਾਂਦਾ ਹੈ। ਜਿਹੜਾ ਸ਼ੁੱਧ 24 ਕੈਰਟ ਦਾ ਸੋਨਾ ਹੁੰਦਾ ਹੈ ਉਹ ਹੋਰ ਨਿਕਲ ਕੇ ਬਾਹਰ ਆਉਂਦਾ ਹੈ। ਜੇ ਕਸੌਟੀ ਤੇ ਕੱਸਿਆ ਜਾਂਦਾ ਨਾ, ਉਹਨੂੰ ਘਸਾ ਕੇ ਦੇਖਿਆ ਜਾਂਦਾ ਹੈ, ਤਾਂ ਉੱਥੋਂ ਵੀ ਉਹ ਸੱਚਾ ਸਾਬਿਤ ਹੁੰਦਾ ਹੈ। ਇਸ ਲਈ ਤੁਹਾਡਾ ਵਿਸ਼ਵਾਸ ਵੀ ਸੋਨੇ ਦੀ ਤਰ੍ਹਾਂ ਹੋਣਾ ਚਾਹੀਦਾ, ਪੱਕਾ। ਔਰ ਇਹੀ ਚੀਜ਼ ਦਾ ਸੰਤ ਕਹਿੰਦੇ ਹੈ ਕਿ ਅਗਰ ਸਤਸੰਗ ਵਿੱਚ ਆਏਗਾ ਤਾਂ ਜਿਨ੍ਹਾਂ ਦੀ ਬਿਰਤੀ ਥੱਲੀ ਹੁੰਦੀ ਹੈ ਨਾ, ਨੀਵੀਂ ਹੁੰਦੀ ਹੈ, ਜੋ ਦੁਨੀਆ ਦਾ ਬੁਰਾ ਸੋਚਦੇ ਹੈ ਜਾਂ ਬੁਰਾ ਕਰਨ ਤੇ ਜ਼ੋਰ ਦਿੰਦੇ ਹੈ, ਅਗਰ ਉਹ ਵੀ ਸਤਸੰਗ 'ਚ ਬੈਠਣਾ ਸ਼ੁਰੂ ਕਰ ਦੇਵੇ ਤਾਂ ਹੌਲੀ ਹੌਲੀ ਉਹਨਾਂ ਅੰਦਰ ਇਨਸਾਨਾਂ ਵਾਲਾ ਗੁਣ ਆਉਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਨਸਾਨ ਦਾ ਗੁਣ ਕਿਹੜਾ ਹੁੰਦਾ ਹੈ ਕਿ ਭਾਈ ਮੈਂ ਆਪਣਾ ਵੀ ਭਲਾ ਕਰਾਂ ਤਾਂ ਦੂਜੇ ਦਾ ਵੀ ਕੁਝ ਭਲਾ ਹੋਵੇ। ਜਾਨਵਰ ਕਦੀ ਇਹ ਨਹੀਂ ਸੋਚਦਾ। ਜਾਨਵਰ ਤਾਂ ਕਹਿੰਦਾ ਕਿ ਮੇਰਾ ਫਾਇਦਾ ਹੋਣਾ ਚਾਹੀਦਾ, ਦੂਜੇ ਦਾ ਭਲਾ ਹੋਵੇ ਚਾਹੇ ਨਾ ਹੋਵੇ, ਦੂਜੇ ਦਾ ਚਾਹੇ ਨੁਕਸਾਨ ਹੋਈ ਜਾਵੇ, ਪਰ ਮੇਰਾ ਫਾਇਦਾ ਹੋਣਾ ਚਾਹੀਦਾ। ਇਹ ਜਾਨਵਰਾਂ ਵਾਲਾ ਗੁਣ ਹੈ। ਪਰ ਕਹਿੰਦੇ ਇਨਸਾਨਾਂ ਦਾ ਗੁਣ ਕਿਹੜਾ ਹੈ? ਇਨਸਾਨਾਂ ਦਾ ਗੁਣ ਤਾਂ ਇਹ ਹੈ ਕਿ ਜੇ ਮੇਰਾ ਫਾਇਦਾ ਹੋ ਰਿਹਾ ਤਾਂ ਨੁਕਸਾਨ ਦੂਜੇ ਦਾ ਵੀ ਨਹੀਂ ਹੋਣਾ ਚਾਹੀਦਾ। ਸਮਝਦੇ ਹੋ ਕਿ ਨਹੀਂ? ਤਾਂ ਸਿੱਧਾਂ ਦਾ ਗੁਣ ਥੋੜਾ ਹੋਰ ਉੱਪਰ ਆ ਜਾਂਦਾ ਹੈ, ਕਿਉਂਕਿ ਸਿੱਧ ਤਾਂ ਆਪਣੇ ਮਨ ਨੂੰ, ਆਪਣੇ ਆਪ ਨੂੰ ਕਾਬੂ 'ਚ ਕਰ ਲੈਂਦੇ ਹੈ। ਉਹਨਾਂ ਦੀ ਤਰਫ ਕੋਈ ਮੁਸ਼ਕਿਲ, ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ, ਜਿੱਦਾਂ ਹੀ ਪਹਿਲਾਂ ਹੀ ਦੱਸਿਆ, ਕਿ ਆਪਣੇ ਵਿਸ਼ਵਾਸ ਨੂੰ, ਆਪਣੇ ਆਪ ਨੂੰ ਸਟਰੋਂਗ ਹੀ ਅੰਦਰੋਂ ਇਦਾਂ ਕੀਤਾ ਹੁੰਦਾ ਕਿ ਕਿਸੇ ਚੀਜ਼ ਦਾ ਅਸਰ ਉਹਨਾਂ ਦੇ ਜੀਵਨ ਤੇ ਹੁੰਦਾ ਹੀ ਨਹੀਂ ਹੈ। ਇਸ ਲਈ ਅਗਰ ਇਹ ਵੀ ਗੁਣ ਦੱਸੀਏ ਨਾ ਤਾਂ ਥੋੜਾ ਟਾਈਮ ਲੱਗ ਜਾਏਗਾ, ਇਸ ਲਈ ਸ਼ਾਰਟ ਵਿੱਚ ਹੁਣ ਦੱਸ ਰਹੇ ਹਾਂ ਤੁਹਾਨੂੰ। ਔਰ ਦੇਵਤਿਆਂ ਦਾ ਗੁਣ ਕਿਹੜਾ ਹੁੰਦਾ ਹੈ, ਜਰਾ ਗੌਰ ਕਰਨਾ। ਦੇਵਤਾ ਇਹਨੂੰ ਕਿਹਾ ਜਾਂਦਾ ਹੈ। ਅੱਛਾ, ਤੁਸੀਂ ਸੂਰਜ ਨੂੰ ਦੇਵਤਾ ਕਹਿੰਦੇ ਹੋ, ਸੂਰਿਆ ਦੇਵਤਾ। ਪਵਨ ਨੂੰ ਦੇਵਤਾ ਕਹਿੰਦੇ ਹੋ, ਪਵਨ ਦੇਵਤਾ। ਜਲ ਨੂੰ ਦੇਵਤਾ ਕਹਿੰਦੇ ਹੋ, ਜਲ ਦੇਵਤਾ। ਕਿਉਂ ਕਹਿੰਦੇ ਆ? ਕਿਉਂਕਿ ਦੇਵਤਾ ਮਤਲਬ ਕੋਈ ਇਨਸਾਨ ਨਹੀਂ, ਦੇਵਤਾ ਮਤਲਬ ਕੋਈ ਸ਼ਕਤੀ ਨਹੀਂ। ਦੇਵਤਾ ਮਤਲਬ ਹੈ ਜਿਹਦੇ ਅੰਦਰ ਦੇਣ ਵਾਲਾ ਗੁਣ ਹੈ ਔਰ ਮੰਗਦਾ ਵੀ ਕੁਛ ਨਹੀਂ ਹੈ, ਉਹਨੂੰ ਕਹਿੰਦੇ ਦੇਵਤਾ। ਕਹਿੰਦੇ ਦੇਵਤਾ ਜਿਹੜਾ ਦੇ ਰਿਹਾ ਹੈ ਪਰ ਅੱਗਿਓਂ ਮੰਗ ਕੁਛ ਨਹੀਂ ਰਿਹਾ। ਸੂਰਜ ਰੋਸ਼ਨੀ ਦੇ ਰਿਹਾ ਪਰ ਸੂਰਜ ਕਦੀ ਨਹੀਂ ਕਹਿੰਦਾ ਕਿ ਤੂੰ ਵੀ ਮੈਨੂੰ ਕੁਛ ਦੇ। ਜਿੱਦਾਂ ਅਸੀਂ ਕਈ ਵਾਰ ਦੱਸਿਆ, ਸਰਕਾਰ ਬਿਜਲੀ ਦਿੰਦੀ ਹੈ ਤਾਂ ਬਿੱਲ ਵੀ ਭੇਜ ਦਿੰਦੀ ਹੈ, ਤਾਂ ਜੇ ਤੁਸੀਂ ਬਿੱਲ ਨਾ ਭਰੋ ਤਾਂ ਉਹਨਾਂ ਲਾਈਨ ਕੱਟ ਦੇਣੀ ਕਿ ਭਾਈ ਤੂੰ ਬਿੱਲ ਨਹੀਂ ਦਿੰਦਾ ਤਾਂ ਲੈ ਤੇਰੀ ਲਾਈਟ ਨਹੀਂ ਦੇਣੀ, ਅਸੀਂ ਤੂੰ ਬਿੱਲ ਨਹੀਂ ਦਿੰਦਾ, ਅਸੀਂ ਪਾਣੀ ਨਹੀਂ ਦੇਣਾ। ਪਰ ਸੂਰਜ ਨੂੰ ਦੇਖੋ ਜਾਂ ਹਵਾ ਨੂੰ ਦੇਖੋ, ਇਹ ਪਵਨ ਵਗ ਰਹੀ ਹੈ ਪਰ ਕਦੀ ਨਹੀਂ ਇਹਨਾਂ ਕਿਹਾ ਇੰਨਾ ਬਿੱਲ ਦੇ ਦੇ ਤਾਂ ਮੈਂ ਵਗਣਾ, ਨਹੀਂ ਤਾਂ ਮੈਂ ਬੰਦ ਹੋ ਜਾਣਾ ਔਰ ਤੂੰ ਮਰ ਜਾਏਗਾ। ਅਸੀਂ ਉਹਨੂੰ ਦੇਵਤਾ ਕਹਿੰਦੇ ਹਾਂ। ਜੇ ਤੁਸੀਂ ਵੀ ਕਿਸੇ ਨੂੰ ਦੇ ਰਹੇ ਹੋ ਨਾ ਔਰ ਅੱਗਿਓਂ ਇੱਛਾ ਨਹੀਂ ਰੱਖਦੇ ਪਾਣ ਦੀ, ਅੱਗਿਓਂ ਉਮੀਦ ਨਹੀਂ ਰੱਖਦੇ ਕਿ ਮੈਨੂੰ ਮਿਲੇ, ਤਾਂ ਫਿਰ ਤੁਸੀਂ ਵੀ ਉਹ ਦੇਵਤਾ ਹੋ, ਕਿਉਂਕਿ ਤੁਹਾਡੇ ਅੰਦਰ ਵੀ ਦੇਣ ਵਾਲਾ ਗੁਣ ਹੈ। ਇਸ ਲਈ ਸੰਤ ਦਾਦੂ ਦੱਸਦੇ ਆ ਕਿ ਸੰਤਾਂ ਦੀ ਸੰਗਤ ਵਿੱਚ ਆ ਕੇ ਜੇ ਪਸ਼ੂ ਬਿਰਤੀ ਵਾਲੇ ਹੈ, ਉਹ ਪਹਿਲਾਂ ਮਾਨਵ ਬਿਰਤੀ ਚਾਹੁੰਦੇ ਹੈ। ਜਿੱਦਾਂ ਕੋਈ ਅਨਪੜ੍ਹ ਬੱਚਾ ਹੈ, ਪਹਿਲਾਂ ਪੜ੍ਹਿਆ ਲਿਖਿਆ ਆਉਂਦਾ ਹੈ, ਫਿਰ ਜਦੋਂ 10th ਕਰ ਲੈਂਦਾ, ਅਸੀਂ ਕਹਿੰਦੇ ਹੁਣ 10ਵੀਂ 'ਚ ਹੋ ਗਿਆ, ਫਿਰ BA ਕਰ ਲੈਂਦਾ, ਅਸੀਂ ਕਹਿੰਦੇ BA ਹੋ ਗਿਆ, ਫਿਰ MA ਕਰਨਾ, MA ਪਾਸ ਹੋ ਗਿਆ, ਫਿਰ ਅਸੀਂ ਕਹਿੰਦੇ ਡਾਕਟਰ ਬਣ ਗਿਆ। ਜਿੱਦਾਂ ਉਹਦੀ ਕੈਟਾਗਰੀ ਬਦਲਦੀ ਰਹਿੰਦੀ ਹੈ, ਇਸੇ ਤਰ੍ਹਾਂ ਜੋ ਨਿਯਮ ਨਾਲ ਸਤਸੰਗ ਚਾਹੁੰਦਾ, ਹੌਲੀ ਹੌਲੀ ਉਹਦੀ ਕੈਟਾਗਰੀ ਵੀ
बदलती है, वो भी पशु तो मनुख, मनुख तो सिद्ध, सिद्ध तो देवता, और देवता तो अगे फिर स्टेज है परमात्मा की, निरंकार दी। समझते हो कि नहीं? पर यह स्टैप बाई स्टैप ही सानू फॉलो करना पैना है, उत्थे जाना पैना है। इसलिए कम से कम इन्नी कोशिश असीं कर सकते हैं कि अपने अंदर देवतियां वाले गुण पैदा करिए। बोलो कर सकते कि नहीं? जे बहुता नहीं किसी ने दे सकते, स्माइल तो दे सकते हो ना, किसी को चंगी सलाह तो दे सकते हो, किसी को हिम्मत का दे सकते हो, किसी को हौसला दे सकते हो, किसी को खुशी दे सकते हो। जिद्दां ही दसिया कि जे किसी को हौसले वाले बोल भी तुसीं बोल दिंदे हो ना, और तुहाडे हौसले वाले बोल सुन के वो कामयाब हो जाता, तो समझ लो तुसीं उहदी जिंदगी नूं एक नवी दिशा देती, बदल दिता उहदी जिंदगी। क्योंकि कई बार साडे शब्द बोले हुए ही अगले दे जीवन नूं बदल के रख दिंदे हैं। इसलिए फैसला करिया करो कि अज मैं जिन्हों भी मिलना है अच्छे बोल बोलने हैं, अज मैं जिन्हों भी मिलना है मुस्कुरा के बोलने की कोशिश करनी है, अज मैं जिद नाल भी गल करनी है कुछ भला करन दी कोशिश करनी है। इदां दी सोच रखिया करो अपने अंदर, क्योंकि जो हर रोज तुसीं ये सोचोगे अज मैं जिन्हों मिलना है कुछ भला करना है, अज मैं जिन्हों मिलना है कुछ उन्होंने खुशी देनी है, चाहे शब्दों के जरिए बोल के किसी तरह भी उन्होंने हिम्मत देने की कोशिश करनी है, उन्होंने हौसला देने की कोशिश करनी है। याद रखो जो ये तुसीं इदां दा फैसला कर लिया ना, तो तुहाडे जीवन खुशियां आनियां शुरू हो जाणगियां, क्योंकि कुदरत का नियम है जो तुसीं दूजियां नूं देना है वो तुहानूं कई गुना हो के मिलना ही मिलना है। ये याद रखो हमेशा। इसलिए अज तो अगर तुसीं चाहते हो दुखों तो मुक्ति, तो फिर अज अपने अंदर फैसला करो कि मेरा मालिक मेरे अंदर बैठा है, मेरे अंदर मेरे रोम रोम च बसदा है। इसलिए दुख तकलीफ परेशानी जैसी भी मर्जी होवे, जे मेरा मालिक मेरे रोम रोम च बसदा तो मैनू पूरा यकीन है कोई मुश्किल का हल भी ओदी रहमत नाल जरूर होएगा। क्योंकि जिद्दां पहले दसिया कि पहला इत्थे मनना पैंदा है, फिर अपने आप ही बंदा तलाश करता है, और जो तलाश करता जिद्दां दसीदा कि द्वार खटखटावांगे तो खुलेगा भी जरूर। बोलो समझते हो कि नहीं? इसलिए दुखी हाँ, परेशान हाँ, जे साडे जीवन च वाकई कोई टेंशन है, कोई चिंता है, परेशानी है, साडा किते काम नहीं बनता, किते सानू कामयाबी नहीं मिलती, तो निराश नहीं होना, बल्कि जिद्दां दसिया है अपनी हिम्मत नूं वधा लेना है। और ये गल अपने अंदर भी कहनी है, तुहाडा जो भी नाम है जिद्दां उत्थे किया है, ये सुल्तान मर तो सकता पर हार नहीं सकता। इदां ही तुसीं अपना नाम लैके कहना है, चाहे जो भी तुहाडा नाम है। बोलो समझते हो कि नहीं? जब मुश्किल आवे, परेशानी आवे, चाहे बीमारी नूं लैके, चाहे किसी इंटरव्यू च कामयाबी ना मिले, तो जे कामयाबी नहीं मिली अगे रिजेक्शन हो गई, कोई गल नहीं, तुहाडा जो भी नाम है जिद्दां फर्ज करो असीं कहांगे ये साहिब मर तो सकता पर कदी हार नहीं मन सकता, अगे वधना है मैं, और जब तक मैनू कामयाबी नहीं मिलती मैं रुकना नहीं है, और मैनू पूरा यकीन है मेरा मालिक मेरे नाल है, मैनू कामयाबी जरूर मिलेगी। समझदे हो? अपना नाम लैके कहना, चलो अपना नाम लैके कह के देखो एक बारी, जो भी तुहाडा नाम है हौली हौली बोल के, मन च नहीं, थोड़ा इन्नी की आवाज़ बोलो कि तुहानू थोड़ा सुनाई दे। जो भी तुहाडा नाम है कि मैं मर तो सकता हाँ पर मैं हार नहीं मननी, मैं कामयाब होके दिखाना है। और कामयाबी चाहे जीवन च कोई बीमारी हो तो भी हार नहीं मननी। ये ना सोचो कि नहीं ये दुख नहीं दूर होने वाला, आ मसला नहीं हल होने वाला, आ परेशानी नहीं हल होने वाली, फिर तुहानू कहांगे इदां दा कोई ताला नहीं है जिहड़ी चाबी ना होवे। हाँ नकली होवे तो गल होर है, क्योंकि कई बार बच्चों के होंदे ना खिडौणे जे वाले, वो गल तो होर है। फिर ये तो हर ताले की चाबी हुंदी है, इसी तरह हर मुश्किल का हल भी हुंदा है। पर हाँ कई बार जिद्दां असीं दसीदा इत्थे भी दसना चाहांगे कि कई बार की हुंदा है कि ताला एक हुंदा, चाबियां तुहाडे हत्थ गुच्छा हुंदा 50 वाला, जां गुच्छा हुंदा तुहाडे हत्थ 100 चाबी वाला। बोलो समझदे हो कि नहीं? और कोई तुहानू कहे भाई ये दरवाजे की चाबी ये चाबियां दे गुच्छे विच ही है, हुण खोल लै, बंदा एक चाबी लांदा नहीं खुलदा, दूजी लांदा नहीं खुलदा, तीजी लांदा, फिर बंदा थक लै 3 बारी कोशिश कर ली भाई ये खुलना ही नहीं, तो फिर तो मूर्खता है ना। उन्होंने चाहिए जे 100 है ना, जे 100 है तो जब तक 100 कंप्लीट नहीं हो जाती मैं कोशिश करनो बंद नहीं होना, क्योंकि किसी ना किसी चाबी ते ये खुलेगा ही। इसलिए तुहानू भी कहांगे इदां समझ लो कि तुसीं जे अज कहंदे हो मेरी उम्र 30 साल हो गई, 40 साल हो गई, 45 साल हो गई, 18 साल हो गई, 25 साल हो गई, पर कामयाबी का दरवाजा नहीं खुलिया, तेनू इदां समझो
कि कुदरत ने भी जे 100 साल दिते 100 चाबियां मेरे हाथ 100 सालों दियां, जे इस साल कामयाब नहीं होया, इस दिन नहीं होया तो अगले दिन दोबारा कोशिश करा, जे फिर नहीं होया अगले दिन दोबारा कोशिश करा। और जब तक मेरी श्वासां दी एक भी चाबी मेरे कोल है मैं कोशिश करते जाना है, क्योंकि की पता किहड़े श्वास की चाबी ने दरवाजा खुल जाना है, पता किसी को कोई। ठीक है, अज बीमारी है पर पता कि आने वाला कल तंदुरुस्ती भरिया हो सकता है। जिदा ही दसी अज गर्मी है, हो सकता कल नूं बारिश होकर ठंडा मौसम हो जाए। बोलो समझते हो कि नहीं। जिदा ही मिसाल दी अज धुंद है, हो सकता कल नूं सूरज निकल आवे, क्योंकि जिंदगी का की पता आने वाले समय च की हो सकता है। बस इनू कहते उम्मीद विश्वास। और जिन्होंने अपने मालिक ते यकीन होंदा है फिर उन्होंने जीवन च बदलाव भी जरूर आता है, क्योंकि ब्रह्म का मतलब दस चुके हैं कि हर वेले फैल रहा है, वध रहा है। बस ऐसे भी अपने मालिक ते यकीन रखना है, परमात्मा ते यकीन रखना है कि जेड़ा आप वध रहा है वह नियम है तो मैनू भी अगे जरूर ਵਧਾਏਗਾ। जे मैं अपने मालिक नाल जुड़ के रहूंगा, अपने मालिक नाल विश्वास नाल जुड़ के रहूंगा तो यह कभी हो ही नहीं सकता कि मेरे जीवन च वाधा ना होवे, मेरे जीवन च कामयाबी ना मिले, सफलता ना मिले। क्योंकि असीं कई बार दसिया जिहड़ी टहनी वृक्ष नाल जुड़ी रहती है हमेशा वधदी है, उदों ही वधना बंद हुंदी जदों तोड़ के सुट दईए। तो जे असीं टुटे गए विश्वास नालों, अपने मालिक के यकीन नालों, अपने मालिक के प्रेम नालों, अपने मालिक की रूपी जड़ नालों टुट गए असीं, तो फिर असीं ठहर जावांगे, फिर नहीं बढ़ांगे अगे। पर जे असीं विश्वास नाल जुड़े रहांगे, यकीन रखांगे, भरोसा रखांगे तो फिर ठीक है, अज दर्द है तो कल नूं आराम भी जरूर आएगा। बोलो समझदे हो कि नहीं। इत्थे मावां बैठियां है, उन्होंने पता है कि जो बच्चा गर्भ च हुंदा है तो 9 महीने किन्नियां तकलीफां जी गुजरना पैंदा है। तो जे हुण उसले मां कहे कि ये तकलीफ मेरे तो बर्दाश्त नहीं होंदी, मैनू ये तकलीफ तो बचाओ, तो फिर जरा दोस्तों इसका मतलब की है। पर जे मां कहे कोई गल नहीं, मैं हर तकलीफ झल्लण नूं तैयार है, क्योंकि मैनू पता कि नवीं जिंदगी दुनिया ते आने वाली है, एक नवीं शुरुआत जीवन की होने वाली है, मैं हर दर्द बर्दाश्त करने नूं तैयार हाँ। तो देखो फिर बच्चे का जन्म होंदा है, जदों बच्चा पैदा होंदा है, मां की गोद विच आंदा है और मां उन्होंने देखती है तो उन्होंने अपनी सारियां तकलीफां भुल जांदियां है। इदां ही समझ, इदां ही तुसीं इत्थों समझना है कि अज मेरे जीवन च जैसी मर्जी पीड़ा है और मैनूं यकीन है खुशियां का एक नवा जन्म होएगा, होने वाला है। बोलो समझदे हो कि नहीं। क्योंकि मैनू अपने मालिक की रहमत ते पूरा, एक बार जोर ना कहना, मैनू अपने मालिक की रहमत ते पूरा, मैनू मालिक ते पूरा, मैनू पूरा, मेरे सारे दुख दूर, मेरे सारे दुख दूर, मेरे सारे दुख दूर, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरा मालिक मेरे, मेरा मालिक मेरे, मेरा मालिक मेरे, मैनू कामयाबी जरूर, मैनू कामयाबी जरूर, मैनू कामयाबी जरूर। बस ये यकीन रखना, तो वाकई अगर यकीन नाल तुरे हो तो कामयाबी मिलेगी भी जरूर, सफलता मिलेगी भी जरूर। ये यकीन रहना चाहिए अंदर, समझदे हो कि नहीं। जिदा पता सत्संग तो लंगर मिलना ही है, पता ना, इदां ही बस कामयाबी भी जरूर मिलेगी। भरोसा रखो, यकीन रखो, ये विश्वास इनू ही कहते हैं कि इस वेले प्लेटा हाथ च नहीं है, समझते हो कि नहीं, पर यकीन है अंदर कि जिद्दे सत्संग खत्म होना लाइना लानिया तो सानू लंगर मिल जाना है। बेशक इस वेले ये खाली हथ बैठे हैं, बंदा कहना ना इस वेले, पर यकीन है कि नहीं, तो पूरा यकीन है ना, किसी को कोई शक तो नहीं कि पता नहीं खाना बाद चों मिलना कि नहीं मिलना, इदा शक थोड़ी है किसी को। जिदा ये 100% 100% यकीन है कि बेशक इसलिए मेरे हथ खाली लग रहे हैं, पर थोड़ी देर बाद इन हथों की थाली होनी है तो थाली विच दाल चावल जो भी बनया होना है, और फिर वो चीज़ मेरे पेट अंदर जानी है, मैं स्वाद लेना वह। बस इदां ही तुसीं विश्वास मालिक की रहमत भी रखो कि इसलिए बेशक मैनू हथ खाली लगते हैं, इसलिए बेशक जीवन च दुख लगते हैं, परेशानियां लगदियां हैं, पर मैनू भी पूरा यकीन है कि वह समा आना जो मालिक की रहमत नाल मेरे हथ भरपूर हो जाने हैं, मेरिया झोलियां भर जानियां हैं, तो मेरे जीवन दी सारियां भुखा प्यासा तकलीफां दुख दूर हो जाने और मेरा जीवन आनंद खुशियां नाल भर जाना है। ये विश्वास रखो, इदां ही भरोसा रखना पैना जिदा लंगर ते, समझदे हो कि नहीं। क्योंकि जिहड़ा भरोसा रखेगा वो पेट भर के जाएगा, जिन्हों भरोसा नहीं होना उन्होंने फटाफट दौड़ जाना करने लगे इत्थे नहीं मिलना चलिए, समझदे हो कि नहीं। पर जिहड़ा सबर रख के बैठेगा वो लै भी लेगा। इदां ही मालिक की रहमत नूं भी इहदे नाल ही जोड़ के देख लईए असीं
कि ਜਿਹੜਾ ਆਪਣੇ ਮਾਲਿਕ ਤੇ ਯਕੀਨ ਰੱਖਦਾ ਹੈ, ਭਰੋਸਾ ਰੱਖਦਾ ਹੈ, ਉਹ ਲੈ ਵੀ ਸਭ ਕੁਝ ਜਾਂਦਾ ਹੈ। ਫਿਰ ਜਨਮਾਂ ਜਨਮਾਂ ਦੀ ਭੁੱਖ ਉਹਦੀ ਜਿਹੜੀ ਹੈ ਮਿਟ ਜਾਂਦੀ ਹੈ ਔਰ ਉਹਦੇ ਮਨ ਦੇ ਵਿੱਚ ਇੱਕ ਤਸੱਲੀ, ਇੱਕ ਸੰਤੁਸ਼ਟੀ ਹੋ ਜਾਂਦੀ ਹੈ ਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ ਤਾਂ ਮੇਰੀਆਂ ਝੋਲੀਆਂ ਜਿੱਦਾਂ ਦੱਸਿਆ ਖੁਸ਼ੀਆਂ ਨਾਲ ਭਰ ਗਈਆਂ। ਜ਼ਰੂਰ ਭਰਨਗੀਆਂ, ਜ਼ਰੂਰ ਰਹਿਮਤ ਹੋਏਗੀ। ਇਸ ਲਈ ਨਿਰਾਸ਼ ਨਹੀਂ ਹੋਣਾ, ਉਦਾਸ ਨਹੀਂ ਹੋਣਾ, ਆਪਣੇ ਮਾਲਿਕ ਦੀ ਰਹਿਮਤ ਤੇ ਪੂਰਾ ਯਕੀਨ ਰੱਖਣਾ ਹੈ। ਕਿਉਂਕਿ ਫਿਰ ਦੱਸਾਂਗੇ ਲਾਸਟ ਬਚਨਾਂ 'ਚ ਕਿ ਤੁਹਾਡੇ ਅੰਦਰ ਹੀ ਉਹ ਪਰਮ ਸ਼ਕਤੀ ਛੁਪੀ ਹੋਈ ਹੈ, ਪਰਮਾਤਮਾ ਦੀ ਰਹਿਮਤ ਤੁਹਾਡੇ ਅੰਦਰ ਹੈ, ਉਹ ਪਰਮ ਪਿਤਾ ਪਰਮਾਤਮਾ ਤੁਹਾਡੇ ਅੰਦਰ ਹੈ। ਬਸ ਉਹ ਪਰਮ ਪਿਤਾ ਪਰਮਾਤਮਾ ਦੀ ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ, ਉਹਦੇ ਨਾਲ ਜੁੜਨ ਵਾਸਤੇ ਪ੍ਰੇਮ ਔਰ ਵਿਸ਼ਵਾਸ ਹੀ ਉਹ ਸਾਧਨ ਹੈ, ਉਹ ਕਨੈਕਸ਼ਨ ਹੈ ਕਿ ਇਹਦੇ ਜ਼ਰੀਏ ਹੀ ਅਸੀਂ ਉਹਦੇ ਨਾਲ ਜੁੜ ਸਕਦੇ ਹਾਂ ਔਰ ਆਪਣੀਆਂ ਮੁਸ਼ਕਿਲਾਂ ਦਾ ਹੱਲ ਪਾ ਸਕਦੇ ਹਾਂ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਆਪਣੇ ਅੰਦਰ ਵਿਸ਼ਵਾਸ ਰੱਖੋ, ਯਕੀਨ ਰੱਖੋ, ਤਾਂ ਮਾਲਕ ਦੀਆਂ ਰਹਿਮਤਾਂ ਨਾਲ ਤੁਸੀਂ ਭਰਪੂਰ ਹੋ ਜਾਓਗੇ। ਮਾਲਕ ਦੀਆਂ ਰਹਿਮਤਾਂ ਨਾਲ ਝੋਲੀਆਂ ਭਰ ਜਾਣਗੀਆਂ। ਔਰ ਫਿਰ ਇੱਕ ਵਾਰ ਕਹਾਂਗੇ ਕਿ ਸਤਸੰਗ ਪਸ਼ੂ ਮਾਨੁਸ਼ ਕਰੇ, ਮਾਨੁਸ਼ ਸੇ ਸਿੱਧ ਹੋਏ, ਦਾਦੂ ਸਿੱਧ ਤੇ ਦੇਵਤਾ ਦੇਵ ਨਿਰੰਜਨ ਹੋਏ। ਕਿ ਅਗਰ ਅਸੀਂ ਵੀ ਆਪਣੇ ਜੀਵਨ 'ਚ ਬਦਲਾਵ ਲੈਣਾ ਚਾਹੁੰਦੇ ਤਾਂ ਸੰਤ ਦਾਦੂ ਦਿਆਲ ਨੇ ਸਤਸੰਗ ਦੀ ਗੱਲ ਕੀਤੀ ਹੈ ਕਿ ਸੰਤਾਂ ਦੀ ਸੰਗਤ ਅੰਦਰ ਆ ਕੇ ਬੈਠੇਗਾ, ਸਤਸੰਗ ਵਿੱਚ ਆ ਕੇ ਬੈਠੇਗਾ ਤਾਂ ਫੇਰ ਹੀ ਸਤਸੰਗ ਹੌਲੀ 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 ਤੈਨੂੰ ਪਸ਼ੂ ਤੋਂ ਇਨਸਾਨ, ਇਨਸਾਨ ਤੋਂ ਸਿੱਧ, ਸਿੱਧ ਤੋਂ ਦੇਵਤਾ ਔਰ ਦੇਵ ਤੋਂ ਨਿਰੰਜਨ ਤੱਕ ਲੈ ਜਾਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਯਾਨੀ ਪਰਮਾਨੰਦ ਤੱਕ ਲੈ ਜਾਏਗਾ। ਹੁਣ ਪਸ਼ੂ ਆਪਾਂ ਇਹ ਵੀ ਕਹਿ ਸਕਦੇ ਪੀੜਾ, ਤਕਲੀਫ, ਦੁੱਖ, ਔਰ ਪਰਮਾਨੰਦ ਪਰਮਾਤਮਾ ਯਾਨੀ ਪਰਮ ਸੁਖ। ਜੇ ਦੁੱਖਾਂ ਚੋਂ ਸੁੱਖਾਂ ਦੀ ਤਰਫ ਜਾਣਾ ਹੈ ਤਾਂ ਫਿਰ ਅਸੀਂ ਸਤਸੰਗ ਨਾਲ ਜੁੜ ਕੇ ਹੀ ਉੱਥੇ ਪਹੁੰਚ ਸਕਦੇ ਹਾਂ। ਇਸ ਲਈ ਜਿੱਦਾਂ ਅੱਜ ਤੁਸੀਂ ਸਤਸੰਗ 'ਚ ਪਹੁੰਚੇ ਹੋ, ਇਸੇ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਲਾਗੇ ਜਿੱਥੇ ਵੀ ਤੁਹਾਡੇ ਸਤਸੰਗ ਦਾ ਪ੍ਰੋਗਰਾਮ ਹੋਵੇ ਉੱਥੇ ਜ਼ਰੂਰ ਪਹੁੰਚੋ ਔਰ ਸਤਸੰਗ ਦਾ ਆਨੰਦ ਜ਼ਰੂਰ ਲਓ ਆ ਕੇ। ਕਿਉਂਕਿ ਕਈ ਵਾਰ ਅਸੀਂ ਦੱਸਿਆ ਹੈ ਕਿ ਕਿਹੜੇ ਸ਼ਬਦ ਨੇ, ਕਿਹੜੇ ਬੋਲ ਨੇ ਸਾਡੇ ਜੀਵਨ ਤੇ ਐਸਾ ਅਸਰ ਕਰ ਦੇਣਾ ਕਿ ਸਾਡੀ ਜ਼ਿੰਦਗੀ ਬਦਲ ਜਾਣੀ ਹੈ। ਤੇ ਇਨਸਾਨ ਨੂੰ ਸਤਸੰਗ 'ਚ ਬਹਿ ਕੇ ਹੀ ਪਤਾ ਲੱਗਦਾ ਹੈ। ਇਸ ਲਈ ਮੌਕਾ ਕਦੀ ਨਾ ਗਵਾਈਏ। ਔਰ ਜੀਵਨ ਦੇ ਵਿੱਚ ਜੇ ਖੁਸ਼ੀਆਂ ਪਾਣੀਆਂ ਹੈ ਤਾਂ ਫਿਰ ਕਵਾਂਗੇ ਕਿ ਜਿੱਦਾਂ ਦੱਸੀਦਾ ਹੈ ਕਿ ਜੇ ਕਰੰਟ ਤਾਰ ਅੰਦਰ ਆਏਗਾ ਨਾ ਫੇਰ ਹੀ ਪੱਖੇ ਚੱਲਣੇ ਹੈ। ਇਸੇ ਤਰ੍ਹਾਂ ਜੇ ਸਾਡੀ ਤਾਰ ਵੀ ਪਰਮਾਤਮਾ ਨਾਲ ਜੁੜੇਗੀ ਤਾਂ ਫੇਰ ਹੀ ਸਾਡੇ ਜੀਵਨ 'ਚ ਠੰਡੀਆਂ ਹਵਾਵਾਂ ਆਣਗੀਆਂ, ਫੇਰ ਹੀ ਸਾਡੇ ਜੀਵਨ 'ਚ ਖੁਸ਼ੀਆਂ ਆਣਗੀਆਂ। ਔਰ ਸਤਸੰਗ ਇੱਕੋ ਪਲੱਗ ਹੈ ਕਿ ਜਿੱਥੇ ਆਪਾਂ ਜੁੜ ਕੇ ਆਪਣੇ ਮਾਲਿਕ ਨਾਲ ਜੁੜ ਜਾਈਦਾ ਹੈ। ਔਰ ਜਦੋਂ ਮਾਲਿਕ ਨਾਲ ਜੁੜ ਗਏ ਫਿਰ ਤਾਂ ਕਮੀ ਕੋਈ ਜੀਵਨ 'ਚ ਆਂਦੀ ਨਹੀਂ ਹੈ। ਇਸ ਲਈ ਪੂਰਾ ਵਿਸ਼ਵਾਸ ਰੱਖਣਾ, ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਏਗਾ, ਆਉਣ ਵਾਲਾ ਸਮਾਂ ਕਾਮਯਾਬੀ ਭਰਿਆ ਹੋਏਗਾ। ਅੱਜ ਹਾਲਾਤ ਕੀ ਹੈ ਉਹ ਨਹੀਂ ਦੇਖਣੇ, ਬਲਕਿ ਇਹ ਯਕੀਨ ਰੱਖਣਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲਾ ਸਮਾਂ ਮੇਰੇ ਵਾਸਤੇ ਖੁਸ਼ੀਆਂ ਭਰਿਆ ਹੋਏਗਾ। ਮੈਂ ਕੋਸ਼ਿਸ਼ ਕਰਨੀ ਹੈ, ਮੈਂ ਮਿਹਨਤ ਕਰਨੀ ਹੈ ਤਾਂ ਮੈਨੂੰ ਕਾਮਯਾਬੀ ਮੇਰਾ ਮਾਲਿਕ ਜ਼ਰੂਰ ਦੇਏਗਾ, ਮੈਨੂੰ ਸਫਲਤਾ ਜ਼ਰੂਰ ਦੇਏਗਾ। ਇਹ ਯਕੀਨ ਆਪਣੇ ਅੰਦਰ ਰੱਖਣਾ ਹੈ। ਬੋਲੋ ਯਕੀਨ ਹੈ ਕਿ ਨਹੀਂ? ਅੱਜ ਤੋਂ ਯਕੀਨ ਰੱਖੋਗੇ ਕਿ ਨਹੀਂ? ਜੇ ਖੁਸ਼ੀਆਂ ਚਾਹੀਦੀਆਂ ਤਾਂ ਫਿਰ ਯਾਦ ਰੱਖੋ ਕਿ ਯਕੀਨ ਦੇ ਨਾਲ ਹੀ ਅਸੀਂ ਖੁਸ਼ੀਆਂ ਦੀ ਤਰਫ ਵਧਾਂਗੇ। ਇਸ ਲਈ ਆਪਣੇ ਅੰਦਰ ਪੂਰਾ ਵਿਸ਼ਵਾਸ ਰੱਖਣਾ, ਪੂਰਾ ਯਕੀਨ ਰੱਖਣਾ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ। 2 ਮਿੰਟ ਰੁਕ ਲੈ ਪੁੱਤ, ਬਾਅਦ 'ਚ ਜੈ ਮਾਲਕਾਂ ਦੀ ਕਰਦੇ। ਸੋ ਆਖਰਲੇ ਵਚਨਾਂ 'ਚ ਨਹੀਂ, ਠੀਕ ਹੈ ਬੱਚੇ ਹੁੰਦੇ ਆ, ਹੁਣ ਤਾਂ ਧਿਆਨ ਦੇਣਾ ਕਿ ਆਖਰਲੇ ਵਚਨਾਂ 'ਚ ਅਸੀਂ ਮਾਲਕ ਦੇ ਚਰਨਾਂ 'ਚ ਇਹੀ ਬੇਨਤੀ ਕਰਾਂਗੇ ਕਿ ਅੱਜ ਜਿੰਨੇ ਵੀ ਜੀਵ ਮਾਲਕਾਂ ਦੀ ਕਿਰਪਾ ਦੇ ਨਾਲ ਇਸ ਸਤਸੰਗ 'ਚ ਆਨੰਦ ਲੈਣ ਪਹੁੰਚੇ ਹੈ, ਮਾਲਕ ਤੁਹਾਨੂੰ ਸਾਰਿਆਂ ਨੂੰ ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ, ਖੁਸ਼ੀਆਂ ਦੇ ਨਾਲ ਭਰਪੂਰ ਕਰਨ। ਤੁਹਾਡੇ ਅੰਦਰ ਅਗਰ ਕਿਸੇ ਕਿਸਮ ਦੀ ਵੀ ਕੋਈ ਟੈਨਸ਼ਨ ਹੈ, ਕੋਈ ਚਿੰਤਾ ਹੈ, ਕੋਈ ਪਰੇਸ਼ਾਨੀ ਹੈ ਤਾਂ ਮਾਲਕ ਤੁਹਾਡੇ ਅੰਦਰ ਇੰਨਾ ਵਿਸ਼ਵਾਸ, ਇੰਨਾ ਪ੍ਰੇਮ ਪੈਦਾ ਕਰ ਦੇਣ ਕਿ ਤੁਹਾਡੀਆਂ ਸਾਰੀਆਂ ਟੈਨਸ਼ਨਾਂ, ਸਾਰੀਆਂ ਚਿੰਤਾਵਾਂ, ਸਾਰੇ ਫਿਕਰ ਦੂਰ ਹੋ ਜਾਣ। ਅਗਰ ਤੁਹਾਡੇ ਜੀਵਨ 'ਚ ਕੋਈ ਤਕਲੀਫ, ਕੋਈ ਦੁੱਖ ਹੈ ਤਾਂ ਮਾਲਕ ਇੰਨੀ ਰਹਿਮਤ ਕਰਨ, ਇੰਨੀ ਹਿੰਮਤ, ਇੰਨਾ ਹੌਸਲਾ ਤੁਹਾਨੂੰ ਦੇਣ ਔਰ ਇਸ ਤਰ੍ਹਾਂ ਦੀ ਮਾਲਕ ਤੁਹਾਡੇ ਤੇ ਕਿਰਪਾ ਕਰਨ ਕਿ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ, ਤਕਲੀਫ, ਦੁੱਖ ਦੂਰ ਹੋ ਜਾਣ ਔਰ ਤੁਹਾਡੀ ਸਭ ਦੀ ਝੋਲੀ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ, ਸੁੱਖ ਸਮਰਿੱਧੀ ਨਾਲ ਮਾਲਕ ਭਰਪੂਰ ਕਰਨ ਔਰ ਤੁਹਾਡੇ ਚਿਹਰਿਆਂ ਤੇ ਸਦਾ ਮੁਸਕਰਾਹਟ ਬਣੀ ਰਹੇ। ਜਰਾ ਹੱਸ ਕੇ ਦਿਖਾਣਾ, ਖੁੱਲ ਕੇ ਹੱਸੋ ਜਰਾ। ਹਾਂ, ਜਿੱਦਾਂ ਇਸ ਵੇਲੇ ਤੁਹਾਡੇ ਚਿਹਰਿਆਂ ਤੇ ਇੱਕ ਮੁਸਕਰਾਹਟ ਹੈ, ਸਮਾਈਲ ਹੈ, ਮਾਲਕ ਇੰਨੀ ਕਿਰਪਾ ਕਰਨ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ, ਇਹ ਸਮਾਈਲ ਹਮੇਸ਼ਾ ਬਣੀ ਰਵੇ ਔਰ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ, ਕਾਮਯਾਬੀ, ਸਫਲਤਾ ਭਰਿਆ ਤੁਹਾਡੇ ਵਾਸਤੇ ਹੋਵੇ। ਦਿਨ ਦੁਗਣੀ ਰਾਤ ਚੌਗਣੀ ਮਾਲਕ ਤੁਹਾਨੂੰ ਤਰੱਕੀ ਦੇਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ।
सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।